ਹੈਲੋ एवरीवन। ਸੋ ਆਪਾਂ ਅੱਜ ਕੱਲ ਦੇ ਲੈਕਚਰ ਨੂੰ ਕੰਟੀਨਿਊ ਕਰਾਂਗੇ ਜੋ ਆਪਾਂ ਪੰਜਾਬ ਹਿਸਟਰੀ ਐਂਡ ਕਲਚਰ ਦਾ ਟੌਪਿਕ ਸਟਾਰਟ ਕੀਤਾ ਸੀ ਸਿੱਖੀਜ਼ਮ ਦਾ। ਸਿੱਖੀਜ਼ਮ ਦੇ ਵਿੱਚ ਆਪਾਂ ਸਟਾਰਟ ਕੀਤਾ ਸੀ ਗੁਰੂਸ ਬਾਰੇ ਹਿਸਟਰੀ, ਸਿੱਖੀਜ਼ਮ ਦੀ ਹਿਸਟਰੀ ਤੋਂ ਸਟਾਰਟ ਕੀਤਾ ਸੀ ਤੇ ਉਹਦੇ ਵਿੱਚ ਆਪਾਂ ਟੌਪਿਕ ਸਟਾਰਟ ਕੀਤਾ ਸੀ ਸਿੱਖਾਂ ਦੇ 10 ਗੁਰੂਆਂ ਬਾਰੇ। ਪਹਿਲੇ 5 ਗੁਰੂਆਂ ਬਾਰੇ ਪੂਰੀ ਡਿਟੇਲ ਦੇ ਵਿੱਚ ਕਿਸ ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਨੇ ਵਿਦ ਥਿਊਰੀ ਮੈਂ ਤੁਹਾਨੂੰ ਪਹਿਲੇ ਲੈਕਚਰ ਦੇ ਵਿੱਚ ਕਰਵਾ ਚੁੱਕੀ ਹਾਂ। ਜੇ ਤੁਸੀਂ ਸਟਾਰਟਿੰਗ ਤੋਂ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਉਸ ਲੈਕਚਰ ਨੂੰ ਦੇਖ ਸਕਦੇ ਹੋ ਤੇ ਕੰਟੀਨਿਊ ਕਰ ਸਕਦੇ ਹੋ ਇਸ ਲੈਕਚਰ ਦੇ ਨਾਲ। ਸੋ ਅੱਜ ਆਪਾਂ ਜੋ ਰਿਮੇਨਿੰਗ ਆਪਣੇ 5 ਗੁਰੂ ਸਿੱਖਾਂ ਦੇ 5 ਗੁਰੂ ਰਹਿ ਗਏ ਨੇ ਉਹਨਾਂ ਨੂੰ ਪੂਰੀ ਡਿਟੇਲ ਦੇ ਵਿੱਚ ਕਵਰ ਕਰਾਂਗੇ। ਥਿਊਰੀ ਕੱਲਾ ਕਨਸੈਪਟ ਕਲੀਅਰ ਕਰਾਂਗੇ ਤੇ ਜਿੱਥੋਂ ਜਿਵੇਂ ਜਿਸ ਤਰੀਕੇ ਨਾਲ ਐਗਜ਼ਾਮੀਨਰ ਕੁਐਸਚਨ ਪਿਕ ਕਰਦਾ ਹੈ ਉਹ ਵੀ ਤੁਹਾਨੂੰ ਮੋਡੀਫਾਈ ਕਰਕੇ ਦੱਸਿਆ ਜਾਏਗਾ ਕਿ ਕਿਸ ਤਰੀਕੇ ਦਾ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਏਗਾ। ਸੋ ਸਿੱਖਾਂ ਦੇ ਪਹਿਲੇ ਗੁਰੂ 5 ਗੁਰੂਆਂ ਬਾਰੇ ਆਪਾਂ ਆਲਰੇਡੀ ਪੜ੍ਹ ਕੇ ਆ ਚੁੱਕੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ, ਗੁਰੂ ਅੰਗਦ ਦੇਵ ਜੀ ਬਾਰੇ, ਗੁਰੂ ਅਮਰਦਾਸ ਜੀ ਬਾਰੇ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ। ਸਿੱਖਾਂ ਦੇ 5 ਗੁਰੂਆਂ ਬਾਰੇ ਆਪਾਂ ਆਲਰੇਡੀ ਪਹਿਲੀ ਵੀਡੀਓ ਡਿਸਕਸ ਕਰ ਚੁੱਕੇ ਹਾਂ ਤੇ ਅੱਜ ਆਪਾਂ ਰਿਮੇਨਿੰਗ ਜੋ 5 ਗੁਰੂਸ ਨੇ ਸਿੱਖੀਜ਼ਮ ਦੇ ਉਹਨਾਂ ਬਾਰੇ ਗੱਲ ਕਰਾਂਗੇ। ਸੋ ਅੱਜ ਆਪਾਂ 6th ਗੁਰੂ ਗੁਰੂ ਹਰਰਾਏ ਜੀ ਗੁਰੂ ਹਰਗੋਬਿੰਦ ਜੀ ਬਾਰੇ ਗੱਲ ਕਰਾਂਗੇ। ਗੁਰੂ ਹਰਗੋਬਿੰਦ ਜੀ ਜੋ ਸਨ ਉਹ ਸਿੱਖਾਂ ਦੇ 5ਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੇ ਕੀ ਸਨ? ਪੁੱਤਰ ਸਨ। ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਹਰਗੋਬਿੰਦ ਜੀ, ਦੇਖੋ ਉਰੇ ਗੁਰੂ ਗੋਬਿੰਦ ਸਿੰਘ ਜੀ ਨਹੀਂ ਲਗਾਣਾ ਜਾਂ ਗੁਰੂ ਹਰਗੋਬਿੰਦ ਸਿੰਘ ਜੀ ਨਹੀਂ ਲਗਾਣਾ, ਤੁਸੀਂ ਇੱਥੇ ਬੋਲੋਗੇ ਗੁਰੂ ਹਰਗੋਬਿੰਦ ਜੀ। ਸੋ ਇਸ ਸਮੇਂ ਤੱਕ ਜੋ ਸਿੰਘ ਸੀ ਉਸ ਚੀਜ਼ ਦੀ ਗੱਲ ਨਹੀਂ ਸੀ ਕੀਤੀ ਜਾਂਦੀ, ਇਹਨਾਂ ਦਾ ਨਾਮ ਸੀ ਗੁਰੂ ਹਰਗੋਬਿੰਦ ਜੀ ਤੇ ਇਹ ਸਿੱਖਾਂ ਦੇ 6th ਗੁਰੂ ਸਨ ਤੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸਨ ਤੇ ਗੁਰੂ ਰਾਮਦਾਸ ਜੀ ਦੇ ਕੀ ਹੋਏ? ਇਹ ਪੋਤੇ ਸਨ। ਸੋ ਇਹ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸਨ। ਕੱਲ ਆਪਾਂ ਡਿਸਕਸ ਕੀਤਾ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਦੇ ਨਾਮ ਦੇ ਉੱਤੇ ਇੱਕ ਹਰਗੋਬਿੰਦਪੁਰ ਇੱਕ ਸ਼ਹਿਰ ਸੀ ਜੋ ਵਸਾਇਆ ਸੀ। ਸੋ ਆਪਾਂ ਗੱਲ ਕਰਾਂਗੇ ਅਗਰ ਮੋਟੀ ਗੱਲ ਕੀਤੀ ਜਾਵੇ, ਜਦੋਂ ਵੀ ਅਸੀਂ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਗੁਰੂ ਹਰਗੋਬਿੰਦ ਜੀ ਬਾਰੇ ਗੱਲ ਕਰਨਾ ਸਟਾਰਟ ਕਰਦੇ ਹਾਂ ਤਾਂ ਜੋ ਗੁਰੂ ਹਰਗੋਬਿੰਦ ਜੀ ਸੀ ਤੁਸੀਂ ਦੇਖੋਗੇ ਕਿ 5th ਗੁਰੂ ਗੁਰੂ ਅਰਜਨ ਦੇਵ ਜੀ ਸਨ ਜੋ ਪਹਿਲੇ ਸ਼ਹੀਦ ਗੁਰੂ ਹੋਏ ਨੇ। ਜਾਂ ਜੋ ਪਹਿਲੇ ਕੀ ਹੋਏ ਨੇ? ਪਹਿਲੇ ਸ਼ਹੀਦ ਗੁਰੂ ਕੌਣ ਹੋਏ ਸਨ? ਗੁਰੂ ਅਰਜਨ ਦੇਵ ਜੀ ਹੋਏ ਸਨ ਜਿਨ੍ਹਾਂ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ ਸੀ। ਉਸ ਤੋਂ ਬਾਅਦ ਕੀ ਹੁੰਦਾ ਹੈ? ਗੁਰੂ ਹਰਗੋਬਿੰਦ ਜੀ ਨੇ ਆਪਣੇ ਪਿਤਾ ਦੀ ਜੋ ਇੱਕ ਸ਼ਾਂਤੀ ਇੱਕ ਸਪਿਰਚੁਅਲਿਟੀ ਨੂੰ ਛੱਡ ਕੇ ਕਿਹਾ ਸੀ ਕਿ ਹੁਣ ਆਪਾਂ ਵੀ ਜੋ ਮੁਗਲ ਜਿਵੇਂ ਜਿਸ ਹਿਸਾਬ ਨਾਲ ਆਪਣੇ ਨਾਲ ਡੀਲ ਕਰਦੇ ਨੇ ਆਪਾਂ ਵੀ ਟਰਾਈ ਕਰਨਾ ਕਿ ਆਪਾਂ ਵੀ ਉਸ ਹਿਸਾਬ ਨਾਲ ਹੀ ਉਹਨਾਂ ਨਾਲ ਡੀਲ ਕਰਾਂਗੇ। ਤੇ ਇਹਨਾਂ ਨੇ ਥੋੜਾ ਸਪਿਰਚੁਅਲਿਟੀ ਜਾਂ ਤੁਸੀਂ ਇਹ ਕਹਿ ਲਓ ਕਿ ਥੋੜਾ ਸ਼ਾਂਤੀ ਵਾਲੀ ਲਹਿਰ ਨੂੰ ਛੱਡ ਕੇ ਥੋੜਾ ਇਹਨਾਂ ਨੇ ਕੀ ਕੀਤਾ ਸੀ ਕਿ ਜਿਸ ਤਰੀਕੇ ਨਾਲ ਮੁਗਲ ਲੜਾਈਆਂ ਕਰਨਗੇ ਆਪਾਂ ਵੀ ਆਪਣੀ ਫੌਜ ਤਿਆਰ ਕਰਾਂਗੇ। ਸੋ ਪਹਿਲੇ ਫੌਜ ਤਿਆਰ ਕਰਨ ਵਾਲੇ ਕਿਹੜੇ ਗੁਰੂ ਸਾਹਿਬਾਨ ਬਣੇ ਸਨ? ਗੁਰੂ ਹਰਗੋਬਿੰਦ ਜੀ ਬਣੇ ਸਨ ਤੇ ਇਹਨਾਂ ਨੇ ਆਪਣੀ ਤਲਵਾਰਬਾਜ਼ੀ ਦੇ ਵਿੱਚ ਬਹੁਤ ਜ਼ਿਆਦਾ ਨਿਪੁੰਨਤਾ ਹਾਸਿਲ ਕੀਤੀ ਸੀ। ਇਹ ਉਹੀ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ 2 ਤਲਵਾਰਾਂ ਧਾਰਨ ਕੀਤੀਆਂ ਸਨ, ਮੀਰੀ ਤੇ ਪੀਰੀ। ਠੀਕ ਹੈ ਜੀ, 2 ਤਲਵਾਰਾਂ ਧਾਰਨ ਕੀਤੀਆਂ ਸਨ ਤੇ ਇਹਨਾਂ ਨੇ ਕਲਗੀ ਧਾਰਨ ਕੀਤੀ ਸੀ ਗੁਰੂ ਹਰਗੋਬਿੰਦ ਜੀ ਨੇ। ਤੇ ਇਸ ਤੋਂ ਇਲਾਵਾ ਇਹਨਾਂ ਨੂੰ ਬੰਦੀ ਛੋੜ ਵੀ ਕਿਹਾ ਜਾਂਦਾ ਹੈ। ਸਿੱਖੀਜ਼ਮ ਦੇ ਵਿੱਚ ਜੋ ਦੀਵਾਲੀ ਦੀ ਮਹਾਨਤਾ ਹੈ ਉਹ ਕਿਸ ਨਾਲ ਰਿਲੇਟਡ ਹੈ? ਗੁਰੂ ਹਰਗੋਬਿੰਦ ਜੀ ਨਾਲ ਹੀ ਰਿਲੇਟਡ ਹੈ ਕਿਉਂਕਿ ਇਸ ਦਿਨ ਇਹ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਲੈ ਕੇ ਆਏ ਸਨ, ਜਿਸ ਕਰਕੇ ਇਹਨਾਂ ਨੂੰ ਬੰਦੀ ਛੋੜ ਵੀ ਕਿਹਾ ਜਾਂਦਾ ਹੈ। ਸੋ ਆਪਾਂ ਸਟੱਡੀ ਕਰਦੇ ਹਾਂ, ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਸੋ ਗੁਰੂ ਹਰਗੋਬਿੰਦ ਜੀ ਦੀ ਗੱਲ ਕਰੀਏ, ਗੁਰੂ ਹਰਗੋਬਿੰਦ ਜੀ ਦਾ ਜੋ ਬਰਥ ਹੋਇਆ ਸੀ ਉਹ 1595 1595 ਦੇ ਵਿੱਚ ਹੋਇਆ ਸੀ ਤੇ ਉਹ ਜੋਤੀ ਜੋਤ ਸਮਾ ਗਏ ਸੀ ਆਪਣੀ 1644 ਦੇ ਵਿੱਚ। ਦੇਖਿਆ ਜਾਵੇ ਤਾਂ ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਗੁਰੂ ਹਰਗੋਬਿੰਦ ਜੀ ਕੀ ਸਨ? ਗੁਰੂ ਹਰਗੋਬਿੰਦ ਜੀ ਕਿਸ ਦੇ ਸਪੁੱਤਰ ਸਨ? 5th ਗੁਰੂ ਗੁਰੂ ਅਰਜਨ ਦੇਵ ਜੀ ਦੇ ਇਹ ਸਪੁੱਤਰ ਸਨ। ਸੋ ਇਹਨਾਂ ਦਾ ਜਨਮ ਹੋਇਆ ਸੀ 1595 ਦੇ ਵਿੱਚ, ਇਹਨਾਂ ਦਾ ਸਿਸਟਮ ਹੋਇਆ ਸੀ ਤੇ ਇਹ ਗੁਰੂ ਕਦੋਂ ਬਣੇ ਸਨ? ਇਹ ਗੁਰੂ ਬਣੇ ਸਨ 11 ਜੂਨ 1606 ਦੇ ਵਿੱਚ। ਠੀਕ ਹੈ, ਇਹਨਾਂ ਨੇ ਗੁਰੂ ਸਾਹਿਬਾਨ ਦੀ ਗੁਰਗੱਦੀ ਤੇ ਕਦੋਂ ਬੈਠੇ ਸਨ? 1606 ਦੇ ਵਿੱਚ ਗੁਰਗੱਦੀ ਤੇ ਬੈਠੇ ਸਨ। ਮੈਂ ਕੱਲ ਵੀ ਦੱਸਿਆ ਸੀ ਕਿ ਇਹਨਾਂ ਨੇ ਜੋ ਆਪਣੀ ਤਲਵਾਰਬਾਜ਼ੀ ਜੋ ਆਪਣੀ ਸਿੱਖਿਆ ਦੇ ਵਿੱਚ ਜੋ ਨਿਪੁੰਨਤਾ ਹਾਸਿਲ ਕੀਤੀ ਸੀ ਉਹ ਕਿੰਨਾ ਤੋਂ ਕੀਤੀ ਸੀ? ਬਾਬਾ ਬੁੱਢਾ ਜੀ। ਹੂ ਵਾਸ ਬਾਬਾ ਬੁੱਢਾ ਜੀ? ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਬਣੇ ਸਨ ਹਰਿਮੰਦਰ ਸਾਹਿਬ ਦੇ। ਕਹਿੰਦੇ while the ceremonial rites the being performed by ਬਾਬਾ ਬੁੱਢਾ ਜੀ, ਦੇਖੋ ਇਹਨਾਂ ਨੂੰ ਗੁਰਗੱਦੀ ਦੀਆਂ ਜੋ ਰਸਮਾਂ ਸਨ
ਗੁਰੂ ਹਰਗੋਬਿੰਦ ਜੀ ਦੇ ਜੋ ਗੱਦੀ ਉੱਤੇ ਬਿਠਾਇਆ ਗਿਆ ਸੀ, ਜੋ ਸੈਰੇਮਨੀ ਸਨ, ਜੋ ਰਸਮਾਂ ਸਨ, ਉਹ ਕਿਹਨਾਂ ਦੇ ਦੁਆਰਾ ਨਿਭਾਈਆਂ ਗਈਆਂ ਸਨ? ਬਾਬਾ ਬੁੱਢਾ ਜੀ ਦੇ ਦੁਆਰਾ ਉਹ ਸਾਰੀਆਂ ਰਸਮਾਂ ਨਿਭਾਈਆਂ ਗਈਆਂ ਸਨ। ਕਹਿੰਦੇ ਗੁਰੂ ਹਰਗੋਬਿੰਦ ਜੀ ਆਸਕਡ ਬਾਬਾ ਬੁੱਢਾ ਟੂ ਅਡੋਰਨ ਹਿਮ ਵਿਦ ਅ ਸਵॉर्ड ਰੈਦਰ ਦੈਨ ਵਿਦ ਅ ਸੇਲੀ ਆਫ ਗੁਰੂ ਨਾਨਕ ਦੇਵ ਜੀ। ਕਹਿੰਦੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਸੇਲੀ ਨਾਲ ਨਹੀਂ, ਮੈਨੂੰ ਕੀ ਤਲਵਾਰਾਂ ਦੇ ਨਾਲ ਕੀ ਕਰੋ ਤੁਸੀਂ। ਉਹਨਾਂ ਨੇ ਕਿਹਾ ਸੀ ਕਿ ਮੈਨੂੰ ਜਦੋਂ ਇਹਨਾਂ ਨੇ ਜਦੋਂ ਲਾਈਕ ਗੁਰਗੱਦੀ ਦੇ ਉੱਤੇ ਜੋ ਸੈਰੇਮਨੀਜ਼ ਕੀਤੀਆਂ ਜਾਂਦੀਆਂ, ਜਦੋਂ ਗੁਰਗੱਦੀ ਦੇ ਉੱਤੇ ਬਿਠਾਉਣ ਦੇ ਲਈ ਕੀ ਕੀਤੀ ਜਾਂਦੀ ਹੈ, ਕੁਝ ਰਸਮਾਂ ਕੀਤੀਆਂ ਜਾਂਦੀਆਂ, ਉਦੋਂ ਕੀ ਹੁੰਦਾ ਸੀ, ਗੁਰੂ ਨਾਨਕ ਦੇਵ ਜੀ ਦੀ ਸੇਲੀ ਦੇ ਨਾਲ ਅਡੋਰ ਕੀਤਾ ਜਾਂਦਾ ਸੀ। ਤਾਂ ਇਹਨਾਂ ਨੇ ਕਿਹਾ ਸੀ ਕਿ ਮੈਨੂੰ ਕਿਹਦੇ ਨਾਲ ਨਵਾਜੋ, ਕਿ ਮੈਨੂੰ ਤਲਵਾਰਾਂ ਦੇ ਨਾਲ ਕੀ ਕੀਤਾ ਜਾਵੇ, ਗੁਰਗੱਦੀ ਦੇ ਉੱਤੇ ਬਿਠਾਇਆ ਜਾਵੇ। ਇਸ ਤੋਂ ਇਲਾਵਾ ਕਹਿੰਦੇ ਗੁਰੂ ਹਰਗੋਬਿੰਦ ਜੀ ਦੈਨ ਪੁੱਟ ਔਨ ਨਾਟ ਵਨ ਬਟ ਟੂ ਸਵਾਰਡਸ। ਕਹਿੰਦੇ ਉਹਨਾਂ ਨੇ ਇੱਕ ਤਲਵਾਰ ਨਾਲ ਨਹੀਂ ਸੀ ਗੱਦੀ ਦੇ ਉੱਤੇ ਬੈਠੇ, ਜੋ ਰਸਮ ਨੂੰ ਉਹਨਾਂ ਨੇ ਇੱਕ ਤਲਵਾਰ ਨਾਲ ਨਹੀਂ ਸੀ ਪੂਰਾ ਕੀਤਾ, ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸੀ, ਜਿਵੇਂ ਮੈਂ ਆਲਰੇਡੀ ਦੱਸ ਚੁੱਕੀ ਹਾਂ। ਉਹ ਤਲਵਾਰਾਂ ਸਨ ਮੀਰੀ ਤੇ ਪੀਰੀ। ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਕਿਹੜੇ ਗੁਰੂ ਸਹਿਬਾਨ ਨੇ ਮੀਰੀ ਤੇ ਪੀਰੀ ਦੋ ਤਲਵਾਰਾਂ ਧਾਰਨ ਕੀਤੀਆਂ ਸਨ? ਗੁਰੂ ਹਰਗੋਬਿੰਦ ਜੀ ਸਨ। ਜਾਂ ਇਹਨਾਂ ਤਲਵਾਰਾਂ ਦਾ ਮੀਨਿੰਗ ਪੁੱਛਿਆ ਜਾਂਦਾ ਹੈ, ਜਾਂ ਇਹਨਾਂ ਤਲਵਾਰਾਂ ਦੇ ਨਾਮ ਪੁੱਛੇ ਜਾਂਦੇ ਨੇ। ਸੋ ਮੀਰੀ ਦਾ ਮਤਲਬ ਕੀ ਸੀ? ਟੈਂਪੋਰਲ ਪਾਵਰ। ਠੀਕ ਹੈ ਜੀ, ਟੈਂਪੋਰਲ ਪਾਵਰ ਸੀ ਸਾਡਾ ਮੀਰੀ ਦਾ ਮਤਲਬ, ਤੇ ਸਪਿਰਿਚੁਅਲ ਪਾਵਰ ਸੀ ਸਾਡਾ ਪੀਰੀ ਦਾ ਮਤਲਬ। ਠੀਕ ਹੈ, ਮੀਰੀ ਹੋ ਗਿਆ ਸਾਡੀ ਤਾਕਤ, ਸਾਡੀ ਟੈਂਪੋਰਲ ਪਾਵਰ, ਤੇ ਸਾਡਾ ਪੀਰੀ ਦਾ ਮਤਲਬ ਕੀ ਹੋ ਗਿਆ? ਸਾਡੀ ਆਤਮਿਕ, ਸਾਡੀ ਸਪਿਰਿਚੁਅਲ ਪਾਵਰ ਦੀ ਗੱਲ ਕੀਤੀ ਗਈ ਸੀ। ਉਹਨਾਂ ਦੋਨਾਂ ਤਲਵਾਰਾਂ ਧਾਰਨ ਕਰਨ ਦਾ ਮਤਲਬ ਸੀ ਗੁਰੂ ਹਰਗੋਬਿੰਦ ਜੀ ਦਾ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਜੋ ਟ੍ਰੇਨਿੰਗ ਦੀ ਗੱਲ ਕੀਤੀ ਹੈ, ਇਸ ਤੋਂ ਇਲਾਵਾ ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਪਹਿਲੇ ਗੁਰੂ ਸਾਹਿਬਾਨ ਬਣੇ ਸਨ ਗੁਰੂ ਹਰਗੋਬਿੰਦ ਜੀ, ਜਿਨ੍ਹਾਂ ਨੇ ਕਲਗੀ ਧਾਰਨ ਕੀਤੀ ਸੀ। ਇਸ ਤੋਂ ਇਲਾਵਾ ਕਹਿੰਦੇ ਆਰਮਿੰਗ ਤੇ ਮਾਰਸ਼ਲ ਟ੍ਰੇਨਿੰਗ, ਕਹਿੰਦੇ ਉਹਨਾਂ ਨੇ ਪੂਰੀ ਆਰਮੀ ਤੇ ਮਾਰਸ਼ਲ ਟ੍ਰੇਨਿੰਗ ਲਈ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੁਗਲਸ ਨੇ ਜੋ ਉਹ ਆਪਣੀ ਪੂਰੀ ਤਰੀਕੇ ਦੇ ਨਾਲ ਬਹੁਤ ਹੀ ਦ੍ਰਿੜਤਾ, ਜਾਂ ਤੁਸੀਂ ਇਹ ਕਹਿ ਲਓ ਕਿ ਬਹੁਤ ਹੀ ਇੱਕ ਨੈਕਸਟ ਲੈਵਲ ਦੇ ਉੱਤੇ ਆ ਕੇ ਆਪਣੇ ਜੋ ਦੁਸ਼ਕਰਮ ਸੀ ਉਹ ਕਰਨੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਸੀ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ। ਕਹਿੰਦੇ ਗੁਰੂ ਅਰਜਨ ਜੀ's martyrdom marked the turning point in the history of Sikh faith। ਕਹਿੰਦੇ ਜਦੋਂ ਕਹਿੰਦੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖੀਜ਼ਮ ਦੇ ਫੇਸ ਨੂੰ ਇੱਕ ਟਰਨਿੰਗ ਪੁਆਇੰਟ ਦਿੱਤਾ ਸੀ। ਕਹਿੰਦੇ ਗੁਰੂ ਜੀ ਰਿਅਲਾਈਜ਼ਡ that the stern and methods were required to meet the growing intolerance of Mughals ruler। ਕਹਿੰਦੇ ਇੱਥੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ, ਇਸ ਤੋਂ ਬਾਅਦ ਰਿਅਲਾਈਜ਼ ਕੀਤਾ ਗੁਰੂ ਹਰਗੋਬਿੰਦ ਜੀ ਨੇ ਕਿ ਇਹਨਾਂ ਨੂੰ ਇੱਟ ਦਾ ਜਵਾਬ ਹੁਣ ਪੱਥਰ ਦੇ ਨਾਲ ਦੇਣਾ ਪਏਗਾ। ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਅਕਾਲ ਤਖਤ ਦੀ ਸਟੈਬਲਿਸ਼ਮੈਂਟ। ਜੋ ਸਾਡੇ ਤਖਤਾਂ ਦੇ, ਸਾਡੇ ਪੰਜ ਤਖਤਾਂ ਦੇ ਵਿੱਚੋਂ ਸਭ ਤੋਂ ਪੁਰਾਣਾ ਤਖਤ ਹੈ ਜੀ ਅਕਾਲ ਤਖਤ ਸਾਹਿਬ। ਇਹ ਕਿੱਥੇ ਬਣਿਆ ਹੋਇਆ ਹੈ? ਹਰਮੰਦਰ ਸਾਹਿਬ ਦੇ ਬਿਲਕੁਲ ਫਰੰਟ ਤੇ ਬਣਿਆ ਹੋਇਆ ਹੈ। ਇਹ ਕਿਹਨਾਂ ਦੇ ਦੁਆਰਾ ਬਣਾਇਆ ਗਿਆ? ਐਗਜ਼ਾਮੀਨਰ ਇੱਥੇ ਐਗਜ਼ਾਮ ਦੇ ਵਿੱਚ ਬਹੁਤ ਸਾਰੇ ਕੁਐਸਚਨ ਪੁੱਛਦਾ ਹੈ। ਪਹਿਲੀ ਗੱਲ, ਇਹ ਜੋ ਅਕਾਲ ਤਖਤ ਹੈ ਸਭ ਤੋਂ ਪੁਰਾਣਾ ਤਖਤ ਹੈ। ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿੱਥੇ ਬਣਿਆ ਹੋਇਆ? ਇਨ ਫਰੰਟ ਆਫ ਹਰਮੰਦਰ ਸਾਹਿਬ ਬਣਿਆ ਹੋਇਆ ਹੈ। ਕਿਹਨਾਂ ਦੇ ਦੁਆਰਾ ਬਣਾਇਆ ਗਿਆ? ਗੁਰੂ ਹਰਗੋਬਿੰਦ ਜੀ ਦੇ ਦੁਆਰਾ ਇਸ ਅਕਾਲ ਤਖਤ ਉਸਾਜਨਾ ਕਰਵਾਈ ਗਈ ਸੀ। ਤੇ ਕਦੋਂ ਬਣਵਾਇਆ ਗਿਆ? ਤੇ ਆਨਸਰ ਹੋਏਗਾ 1606 ਦੇ ਵਿੱਚ। ਠੀਕ ਹੈ ਜੀ, ਅਕਾਲ ਤਖਤ ਸਾਹਿਬ ਦੀ ਜੋ ਉਸਾਰੀ ਸੀ ਗੁਰੂ ਹਰਗੋਬਿੰਦ ਜੀ ਨੇ 1606 ਸਨ ਦੇ ਵਿੱਚ ਕਰਵਾਈ ਸੀ। ਸੋ ਆਪਾਂ ਨੈਕਸਟ ਮੂਵ ਕਰਦੇ ਹਾਂ। ਨੈਕਸਟ ਹੈ ਜੀ ਇਹਨਾਂ ਨੇ ਕਿਹੜਾ ਸ਼ਹਿਰ ਵਸਾਇਆ ਸੀ? ਜਿਵੇਂ ਆਪਾਂ ਗੱਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ, ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ, ਗੁਰੂ ਰਾਮਦਾਸ ਜੀ ਨੇ ਆਪਣਾ ਅੰਮ੍ਰਿਤਸਰ ਸਾਹਿਬ, ਤੇ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸਾਹਿਬ ਵਸਾਇਆ ਸੀ। ਉਸੇ ਤਰੀਕੇ ਦੇ ਨਾਲ ਪੁੱਛਿਆ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਜੀ ਨੇ ਕਿਹੜਾ ਸ਼ਹਿਰ ਵਸਾਇਆ? ਤਾਂ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਸਾਹਿਬ। ਠੀਕ ਹੈ ਜੀ, ਯਾਦ ਰੱਖਣੇ ਨੇ ਐਗਜ਼ਾਮੀਨਰ, ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਗੁਰੂ ਹਰਗੋਬਿੰਦ ਜੀ ਨੇ ਕਿਹੜਾ ਸ਼ਹਿਰ ਵਸਾਇਆ ਸੀ? ਕੀਰਤਪੁਰ ਸਾਹਿਬ, ਜਿੱਥੇ ਅੱਜ ਮਤਲਬ ਆਪਣੀ ਦੇਹ ਦਾ ਸੰਸਕਾਰ ਕਰਨ ਤੋਂ ਬਾਅਦ ਜੋ ਆਪਣੇ ਫੁੱਲ ਨੇ ਜਾਂ ਆਪਣੀਆਂ ਹੱਡੀਆਂ ਨੇ ਜੋ ਵਿਸਰਜਨ ਕੀਤੀਆਂ ਜਾਂਦੀਆਂ ਨੇ ਉਹ ਕੀਰਤਪੁਰ ਸਾਹਿਬ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਤੇ ਕੀਰਤਪੁਰ ਜੋ ਸ਼ਹਿਰ ਆ ਉਹ ਕਿਹਨਾਂ ਦੇ ਦੁਆਰਾ ਵਸਾਇਆ ਗਿਆ ਸੀ? ਗੁਰੂ ਹਰਗੋਬਿੰਦ ਜੀ ਦੇ ਦੁਆਰਾ ਵਸਾਇਆ ਗਿਆ ਸੀ। ਇਸ ਤੋਂ ਇਲਾਵਾ ਜੋ ਸਿੱਖੀਜ਼ਮ ਦੇ ਵਿੱਚ ਜੋ ਦੀਵਾਲੀ ਦੀ ਇੰਪੋਰਟੈਂਸ ਹੈ ਉਹ ਕੀ ਹੈ ਜੀ? ਉਹ ਹੈ ਕਿ ਗੁਰੂ ਹਰਗੋਬਿੰਦ ਜੀ ਨੂੰ ਬੰਦੀ ਛੋੜ ਕਿਹਾ ਜਾਂਦਾ ਹੈ, ਜਾਂ ਫਿਰ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਦੀਵਾਲੀ ਦੀ ਜਗ੍ਹਾ ਤੇ।
ਕਿਉਂਕਿ ਗਵਾਲੀਅਰ ਦੇ ਕਿਲੇ ਦੇ ਵਿੱਚੋਂ, ਠੀਕ ਹੈ ਜੀ, ਗਵਾਲੀਅਰ ਦੇ ਕਿਲੇ ਦੇ ਵਿੱਚੋਂ ਕੀ ਕੀਤਾ ਸੀ, ਜੋ ਜਹਾਂਗੀਰ ਸੀ, ਮੁਗਲ ਅੰਪਾਇਰ ਸੀ ਜਹਾਂਗੀਰ, ਜਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ, ਜਹਾਂਗੀਰ, ਉਸਨੇ ਕੀ ਕੀਤਾ ਸੀ, ਗੁਰੂ ਹਰਗੋਬਿੰਦ ਜੀ ਨੂੰ ਬੰਦੀ ਬਣਾ ਕੇ ਰੱਖਿਆ ਸੀ ਗਵਾਲੀਅਰ ਦੇ ਕਿਲੇ ਦੇ ਵਿੱਚ, ਠੀਕ ਹੈ ਜੀ। ਤੇ ਜਦੋਂ ਉਹਨਾਂ ਨੂੰ ਰਿਹਾ ਕਰਨ ਲੱਗੇ ਤਾਂ ਕਹਿੰਦੇ ਜਿੰਨੇ ਰਾਜੇ ਨੇ ਆਲਰੇਡੀ ਉੱਥੇ 52 ਰਾਜੇ ਆਲਰੇਡੀ ਕੈਦ ਸੀ, ਤੇ ਕਹਿਣ ਲੱਗੇ ਕਿ ਅਗਰ ਜਿੰਨੇ ਰਾਜੇ ਤੇ ਤੂੰ ਬਾਹਰ ਲੈ ਕੇ ਜਾ ਸਕਦਾ ਹੈ ਤੂੰ ਲੈ ਕੇ ਜਾ ਸਕਦਾ ਹੈ। ਤਾਂ ਉਸ ਟਾਈਮ ਗੁਰੂ ਹਰਗੋਬਿੰਦ ਜੀ ਨੇ ਇੱਕ ਚੋਲਾ ਧਾਰਨ ਕੀਤਾ ਹੋਇਆ ਸੀ, ਉਹ ਚੋਲੇ ਦੇ ਨਾਲ 52 ਲੜੀਆਂ ਸਨ, ਤੇ ਉਹ 52 ਦੇ 52 ਰਾਜੇ ਉਹਨਾਂ ਲੜੀਆਂ ਨੂੰ ਫੜ ਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਗੁਰੂ ਹਰਗੋਬਿੰਦ ਜੀ ਦੇ ਨਾਲ ਰਿਹਾ ਹੋ ਕੇ ਬਾਹਰ ਆਏ ਸੀ, ਜਿਸ ਕਰਕੇ ਬਾਬਾ ਗੁਰੂ ਹਰਗੋਬਿੰਦ ਜੀ ਨੂੰ ਕੀ ਕਿਹਾ ਜਾਂਦਾ ਹੈ, ਬੰਦੀ ਛੋੜ ਵੀ ਕਿਹਾ ਜਾਂਦਾ ਹੈ। ਤੇ ਦੀਵਾਲੀ ਵਾਲਾ ਦਿਨ ਜਿਸ ਤਰੀਕੇ ਦੇ ਨਾਲ ਹਿੰਦੂਇਜ਼ਮ ਦੇ ਵਿੱਚ ਆਪਣੇ ਰਾਮ ਜੀ ਬਨਵਾਸ ਕੱਟ ਕੇ ਆਏ ਸੀ, ਉਸੇ ਤਰੀਕੇ ਦੇ ਨਾਲ ਸਿੱਖੀਜ਼ਮ ਦੇ ਵਿੱਚ ਕੀ ਇੰਪੋਰਟੈਂਸ ਹੈ ਕਿ ਉਸ ਦਿਨ ਗੁਰੂ ਹਰਗੋਬਿੰਦ ਜੀ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਹਾਂਗੀਰ ਦੀ ਕੈਦ ਦੇ ਵਿੱਚੋਂ ਰਿਹਾ ਕਰਵਾ ਕੇ ਲੈ ਕੇ ਆਏ ਸੀ। ਕਹਿੰਦੇ ਫਸਟ ਗੁਰੂ ਟੂ ਇੰਗੇਜ ਵਾਰਫੇਅਰ, ਕਹਿੰਦੇ ਪਹਿਲੇ ਗੁਰੂ ਸਨ ਜਿਹੜੇ ਵਾਰਫੇਅਰ ਦੇ ਵਿੱਚ ਅੰਗੇਜ ਹੋਏ ਸਨ, ਫਾਈਟਿੰਗ ਵਿਨਿੰਗ 4 ਡਿਫੈਂਸਿਵ ਬੈਟਲਸ ਅੰਗੇਂਸਟ ਮੁਗਲਸ, ਕਹਿੰਦੇ ਉਹਨਾਂ ਨੇ ਮੁਗਲਸ ਦੇ ਅੰਗੇਂਸਟ 4 ਲੜਾਈਆਂ ਲੜੀਆਂ ਸਨ ਤੇ ਜਿੱਤੀਆਂ ਸਨ। ਸੋ ਇਹ ਸੀ ਸਾਡੇ ਗੁਰੂ ਹਰਗੋਬਿੰਦ ਜੀ। ਇਹਨਾਂ ਬਾਰੇ ਆਪਾਂ ਇੱਕ ਵਾਰ ਰਿਵੀਜ਼ਨ ਮਾਰ ਲੈਂਦੇ ਹਾਂ ਕਿ ਕਿਹੜੇ ਕਿਹੜੇ ਰਿਵਾਈਜ਼ ਵਾਲੇ ਆਪਾਂ ਕਨਸੈਪਟ ਨੇ ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਜ਼ਿਆਦਾ ਇੰਪੋਰਟੈਂਟ ਨੇ। ਸਭ ਤੋਂ ਪਹਿਲਾਂ ਇਹਨਾਂ ਦਾ ਜੋ ਬਰਥ ਹੋਇਆ ਸੀ 1534 ਦੇ ਵਿੱਚ, ਕਿੱਥੇ ਹੋਇਆ ਸੀ, ਮੰਡੀ ਲਾਹੌਰ ਦੇ ਵਿੱਚ ਹੋਇਆ ਸੀ। ਮਾਤਾ ਤੇ ਫਾਦਰ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਨੈਕਸਟ ਹੈ ਕਹਿੰਦੇ ਉਹਨਾਂ ਦੇ ਜੋ ਆਪਣੇ ਸਪਾਊਸ ਸਨ ਤੇ ਉਹਨਾਂ ਦੇ ਪੁੱਤਰਾਂ ਦੇ ਨਾਮ ਸੌਰੀ ਇਹ ਜੋ ਸਲਾਈਡ ਹੈ ਇਹ ਰੀਸ਼ਫਲ ਹੋ ਚੁੱਕੀ ਹੈ, ਠੀਕ ਹੈ। ਗੁਰੂ ਹਰਗੋਬਿੰਦ ਜੀ ਦੀ ਇਹ ਸਲਾਈਡ ਨਹੀਂ ਹੈ, ਗੁਰੂ ਰਾਮਦਾਸ ਜੀ ਦੀ ਸਲਾਈਡ ਥੋੜੀ ਰੀਸ਼ਫਲ ਹੋ ਚੁੱਕੀ ਹੈ। ਸੋ ਆਪਾਂ ਅੱਗੇ ਨੈਕਸਟ ਡਿਸਕਸ ਕਰਾਂਗੇ। ਸੋ ਆਪਾਂ ਨੈਕਸਟ ਗੁਰੂ ਬਾਰੇ ਗੱਲ ਕਰਦੇ ਹਾਂ, ਗੁਰੂ ਹਰਰਾਏ ਜੀ, ਠੀਕ ਹੈ ਜੀ। ਨੈਕਸਟ ਗੁਰੂ ਨੇ ਜੀ ਗੁਰੂ ਹਰਰਾਏ ਜੀ ਬਾਰੇ ਗੱਲ ਕਰਾਂਗੇ, ਜੋ ਸਿੱਖਾਂ ਦੇ 7ਵੇਂ ਗੁਰੂ ਹੋਏ ਨੇ ਗੁਰੂ ਹਰਰਾਏ ਜੀ। ਗੁਰੂ ਹਰਰਾਏ ਜੀ ਦਾ ਜੋ ਜਨਮ ਹੋਇਆ 1630 ਦੇ ਵਿੱਚ ਹੋਇਆ। ਦੇਖੋ ਗੁਰੂ ਹਰਗੋਬਿੰਦ ਜੀ ਬਾਰੇ ਜੋ ਇੰਪੋਰਟੈਂਟ ਫੈਕਟਸ ਨੇ ਮੈਂ ਹੀ ਡਿਸਕਸ ਕਰਵਾ ਦਿੰਦੀ ਹਾਂ। ਜੋ ਸਲਾਈਡ ਸੀ ਉਹ ਆਪਣੀ ਗੁਰੂ ਰਾਮਦਾਸ ਜੀ ਬਾਰੇ ਲੱਗ ਗਈ ਸੀ। ਗੁਰੂ ਹਰਗੋਬਿੰਦ ਜੀ ਦੇ ਫਾਦਰ ਦਾ ਨਾਮ ਗੁਰੂ ਅਰਜਨ ਦੇਵ ਜੀ ਸੀ, ਜੋ ਆਲਰੇਡੀ ਸਾਨੂੰ ਪਤਾ ਹੈ ਜੀ, ਠੀਕ ਹੈ। ਸੋ ਉਹਨਾਂ ਨੂੰ ਬੰਦੀ ਛੋੜ ਕਿਹਾ ਜਾਂਦਾ ਹੈ। 52 ਰਾਜਿਆਂ ਨੂੰ ਉਹਨਾਂ ਨੇ ਕਰਵਾਇਆ ਸੀ, ਰਿਹਾ ਕਰਵਾਇਆ ਸੀ। ਉਹਨਾਂ ਨੇ 2 ਤਲਵਾਰਾਂ ਧਾਰਨ ਕੀਤੀਆਂ ਸੀ, ਮੀਰੀ ਤੇ ਪੀਰੀ ਧਾਰਨ ਕੀਤੀ ਸੀ। ਉਹਨਾਂ ਨੇ ਅਕਾਲ ਤਖਤ ਦੀ ਸਿਰਜਣਾ ਕਰਵਾਈ ਸੀ 1606 ਦੇ ਵਿੱਚ। ਇਹ ਇੰਪੋਰਟੈਂਟ ਫੈਕਟ ਸੀ ਉਹਨਾਂ ਦੇ ਰਿਗਾਰਡਿੰਗ। ਸੋ ਆਪਾਂ ਗੱਲ ਕਰਾਂਗੇ ਗੁਰੂ ਹਰਰਾਏ ਜੀ, ਜੋ ਸਿੱਖਾਂ ਦੇ 7th ਗੁਰੂ ਹੋਏ ਨੇ, ਜਿਨ੍ਹਾਂ ਦਾ ਜਨਮ ਹੋਇਆ 1630 ਦੇ ਵਿੱਚ ਤੇ ਉਹ ਜੋਤੀ ਜੋਤ ਸਮਾਏ ਸੀ 1661 ਦੇ ਵਿੱਚ। ਕਹਿੰਦੇ ਗੁਰੂ ਹਰਰਾਏ ਜੀ ਦਾ ਜਨਮ ਬਾਰੇ ਗੱਲ ਕੀਤੀ ਹੋਈ, ਕਹਿੰਦੇ 7th ਗੁਰੂ ਸਨ ਸਿੱਖੀਜ਼ਮ ਦੇ। ਤੇ ਇਹ ਕੀ ਸਨ, ਕਹਿੰਦੇ ਇਹ ਫੁੱਟ ਸਟੈਪ ਆਫ ਹਿਸ ਗ੍ਰੈਂਡਫਾਦਰ ਗੁਰੂ ਹਰਗੋਬਿੰਦ ਜੀ। ਇਹ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਨਹੀਂ ਸਨ, ਇਹ ਗੁਰੂ ਹਰਗੋਬਿੰਦ ਜੀ ਦੇ ਕੀ ਸਨ, ਪੋਤੇ ਸਨ। ਇਹ ਗੱਲ ਯਾਦ ਰੱਖਣੀ ਹੈ ਕਿ ਗੁਰੂ ਹਰਰਾਏ ਜੀ ਕਿਸ ਦੇ ਪੋਤੇ ਸਨ, ਉਹ ਪੋਤੇ ਸਨ ਗੁਰੂ ਹਰਗੋਬਿੰਦ ਜੀ ਦੇ ਕੀ ਸਨ, ਗ੍ਰੈਂਡਸਨ ਸਨ। ਇਹ ਗੱਲ ਯਾਦ ਰੱਖਣੀ ਹੈ। ਪੁੱਛ ਲਿਆ ਜਾਂਦਾ ਹੈ ਕਿ ਗੁਰੂ ਹਰਰਾਏ ਜੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਜੀ ਦੇ ਨਾਲ। ਕਹਿੰਦੇ ਗੁਰੂ ਹਰਰਾਏ ਜੀ ਵਾਸ ਸਨ ਆਫ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਵਾਸ ਅ ਸਨ ਆਫ ਗੁਰੂ ਹਰਗੋਬਿੰਦ ਜੀ, ਠੀਕ ਹੈ ਜੀ। ਜੋ ਬਾਬਾ ਗੁਰਦਿੱਤਾ ਜੀ ਸਨ ਉਹ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਸਨ, ਤੇ ਅੱਗੋਂ ਉਹਨਾਂ ਦੇ ਪੁੱਤਰ ਸਨ ਹਰਰਾਏ ਜੀ, ਜਿਨ੍ਹਾਂ ਨੂੰ 7th ਗੁਰਗੱਦੀ ਦੇ ਉੱਤੇ ਬਿਠਾਇਆ ਗਿਆ ਸੀ। ਤੇ ਮਾਤਾ ਸਨ ਉਹਨਾਂ ਦੀ ਮਾਤਾ ਨਿਹਾਲ ਕੌਰ ਜੀ। ਕਹਿੰਦੇ ਬਾਬਾ ਗੁਰਦਿੱਤਾ ਵਾਸ ਸਨ ਆਫ ਦਾ 6th ਗੁਰੂ। ਆਲਰੇਡੀ ਮੈਂ ਦੱਸ ਚੁੱਕੀ ਹਾਂ ਕਿ ਬਾਬਾ ਗੁਰਦਿੱਤਾ ਜੀ 6ਵੇਂ ਪਾਤਸ਼ਾਹ ਦੇ ਕੀ ਸਨ, ਪੁੱਤਰ ਸਨ। ਐਂਡ ਗੁਰੂ ਹਰਰਾਏ ਜੀ ਮੈਰਿਡ ਮਾਤਾ ਕਿਸ਼ਨ ਕੌਰ ਜੀ। ਤਾਂ ਗੁਰੂ ਹਰਰਾਏ ਜੀ ਦਾ ਜੋ ਵਿਆਹ ਹੋਇਆ ਸੀ ਮਾਤਾ ਕਿਸ਼ਨ ਕੌਰ ਜੀ ਦੇ ਨਾਲ ਹੋਇਆ ਸੀ। ਕਹਿੰਦੇ ਡਾਟਰ ਆਫ ਸ਼੍ਰੀ ਦਿਆ ਰਾਮ ਜੀ। ਸੋ ਇਹ ਵੀ ਗੱਲ ਯਾਦ ਰੱਖਣੀ ਹੈ ਕਿ ਮਾਤਾ ਕਿਸ਼ਨ ਕੌਰ ਜੀ ਨੂੰ ਸੁਲੱਖਣੀ ਜੀ ਵੀ ਕਿਹਾ ਜਾਂਦਾ ਸੀ। ਤੇ ਉਹ ਕਿਹਨਾਂ ਦੀ ਡਾਟਰ ਸਨ, ਉਹ ਸ਼੍ਰੀ ਦਿਆ ਰਾਮ ਜੀ ਦੀ ਡਾਟਰ ਸਨ। So just wait. Just wait.
ਓਕੇ ਜੀ। ਜਿਵੇਂ ਮੈਂ ਦੱਸ ਚੁੱਕੀ ਹਾਂ ਕਿ ਉਹ ਡਾਟਰ ਸਨ, ਉਹਨਾਂ ਦੇ ਜੋ ਪਤਨੀ ਸਨ ਮਾਤਾ ਕਿਸ਼ਨ ਕੌਰ ਜੀ, ਡਾਟਰ ਸਨ ਸ਼੍ਰੀ ਦਇਆ ਰਾਮ ਜੀ ਦੀ, ਠੀਕ ਹੈ ਜੀ। ਇਸ ਤੋਂ ਇਲਾਵਾ ਕਹਿੰਦੇ ਦੇ ਹੈਡ ਟੂ ਸਨਸ, ਗੁਰੂ ਹਰਰਾਏ ਜੀ ਦੇ ਦੋ ਪੁੱਤਰ ਸਨ, ਬਾਬਾ ਰਾਮ ਰਾਏ ਜੀ ਤੇ ਸ਼੍ਰੀ ਹਰਕ੍ਰਿਸ਼ਨ ਜੀ। ਸ਼੍ਰੀ ਹਰਕ੍ਰਿਸ਼ਨ ਜੀ ਉਹਨਾਂ ਦੇ ਛੋਟੇ ਸਪੁੱਤਰ ਸਨ ਤੇ ਉਹਨਾਂ ਨੂੰ ਨੈਕਸਟ ਗੱਦੀ ਦੇ ਉੱਤੇ 8ਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਸਵੀਕਾਰਿਆ ਗਿਆ ਸੀ ਸ਼੍ਰੀ ਹਰਕ੍ਰਿਸ਼ਨ ਜੀ ਨੂੰ। ਤੇ ਆਪਾਂ ਗੁਰੂ ਹਰਰਾਏ ਜੀ ਦੀ ਗੱਲ ਕਰੀਏ ਤਾਂ ਕਹਿੰਦੇ ਕੰਟੀਨਿਊਡ ਦ ਮਿਲਟਰੀ ਟ੍ਰੈਡੀਸ਼ਨ ਆਫ ਸਟਾਰਟਡ ਬਾਈ ਹਿਸ ਗ੍ਰੈਂਡਫਾਦਰ ਗੁਰੂ ਹਰਗੋਬਿੰਦ ਜੀ। ਦੇਖੋ ਗੁਰੂ ਹਰਗੋਬਿੰਦ ਜੀ ਨੇ ਕੀ ਕੀਤਾ ਸੀ, ਮਿਲਟਰੀ ਟ੍ਰੈਡੀਸ਼ਨ ਨੂੰ ਸਟਾਰਟ ਕੀਤਾ ਸੀ ਤੇ ਉਸੇ ਟ੍ਰੈਡੀਸ਼ਨ ਨੂੰ ਕੰਟੀਨਿਊ ਰੱਖਿਆ ਸੀ ਗੁਰੂ ਹਰਰਾਏ ਜੀ ਨੇ। ਕਹਿੰਦੇ ਉਹਨਾਂ ਨੇ ਆਪਣੇ ਗ੍ਰੈਂਡਫਾਦਰ ਦੇ 2200 ਜੋ ਸੋਲਜਰ ਸਨ ਉਹਨਾਂ ਨੂੰ ਲੈ ਕੇ ਇੱਕ ਫੌਜ ਬਣਾਈ ਰੱਖੀ ਸੀ। ਨੈਕਸਟ ਆਪਾਂ ਗੱਲ ਕਰੀਏ, ਕਹਿੰਦੇ ਮੇਡ ਸੈਵਰਲ ਟੂਰਸ ਟੂ ਮਾਲਵਾ ਐਂਡ ਦੁਆਬਾ ਰੀਜਨ ਆਫ ਦਾ ਪੰਜਾਬ। ਕਹਿੰਦੇ ਉਹਨਾਂ ਨੇ ਮਾਲਵਾ ਤੇ ਪੰਜਾਬਾ ਰੀਜਨ ਪੰਜਾਬ ਦੇ ਵਿੱਚ ਬਹੁਤ ਸਾਰੇ ਟੂਰ ਕੱਢੇ ਸਨ। ਕਹਿੰਦੇ ਗੁਰੂ ਜੀ ਸਨ ਰਾਮ ਰਾਏ ਡਿਸਟੋਰਟਸ ਬਾਣੀ। ਦੇਖੋ ਹੁਣ ਆਪਾਂ ਗੱਲ ਕਰੀਏ ਕਿ ਗੁਰੂ ਹਰਰਾਏ ਜੀ ਨੇ ਆਪਣੇ ਵੱਡੇ ਪੁੱਤਰ ਗੁਰੂ ਰਾਮ ਰਾਏ ਜੀ ਨੂੰ ਗੱਦੀ ਦੇ ਉੱਤੇ ਕਿਉਂ ਨਹੀਂ ਸੀ ਬਿਠਾਇਆ। ਦੇਖੋ ਗੁਰੂ ਰਾਮ ਰਾਏ ਵੀ ਬਹੁਤ ਜ਼ਿਆਦਾ ਇੱਕ ਗਿਆਨੀ ਜਾਂ ਤੁਸੀਂ ਵਿਦਵਾਨ ਸਨ ਤੇ ਬਹੁਤ ਵਧੀਆ ਸ਼ਖਸੀਅਤ ਦੇ ਮੈਂਬਰ ਸਨ, ਬਟ ਉਹਨਾਂ ਨੇ ਕੀ ਹੈ ਕਿਸੇ ਇੱਕ ਪੁਆਇੰਟ ਤੇ ਐਵੇਂ ਦੀ ਸਿਚੁਏਸ਼ਨ ਆਈ ਸੀ ਕਿ ਉਸਨੇ ਇੱਕ ਮੁਗਲ ਦੇ ਦਰਬਾਰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾ ਕੇ, ਮੁਗਲ ਸੀ ਇੱਕ ਔਰੰਗਜ਼ੇਬ ਜਿਹੜਾ ਮੁਗਲ ਸੀ ਉਸ ਦੇ ਦਰਬਾਰ ਦੇ ਵਿੱਚ ਜਾ ਕੇ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਰਾਮ ਰਾਏ ਨੂੰ ਹੰਕਾਰ ਆ ਗਿਆ ਸੀ। ਉਹਨਾਂ ਨੇ ਕਿਤੇ ਨਾ ਕਿਤੇ ਗੁਰਬਾਣੀ ਦੀ ਤੁਕ ਦੀ ਕੀ ਕੀਤੀ ਸੀ, ਬੇਅਦਬੀ ਕੀਤੀ ਸੀ। ਤੇ ਜਿਸ ਗੱਲ ਦਾ ਇਲਮ ਗੁਰੂ ਹਰਰਾਏ ਜੀ ਨੂੰ ਹੋਇਆ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਅੱਜ ਤੋਂ ਤੇਰੀ ਸ਼ਕਲ ਨਹੀਂ ਦੇਖਾਂਗਾ। ਤੇ ਉਹਨਾਂ ਨੇ ਆਪਣੇ ਛੋਟੇ ਸਪੁੱਤਰ ਹਰਕ੍ਰਿਸ਼ਨ ਜੀ ਨੂੰ ਨੈਕਸਟ ਕੀ ਹੈ ਗੱਦੀ ਦੇ ਉੱਤੇ ਬਿਠਾਇਆ ਸੀ। ਸੋ ਇਹਨਾਂ ਦੇ ਨਾਲ ਇੱਕ ਸਟੋਰੀ ਜੁੜੀ ਹੋਈ ਹੈ। ਗੱਲ ਕੀਤੀ ਜਾਵੇ, ਕਹਿੰਦੇ ਗੁਰੂ ਸਾਹਿਬ ਆਲਸੋ ਐਸਟੈਬਲਿਸ਼ਡ ਐਨ ਆਯੁਰਵੈਦਿਕ ਹਰਬਲ ਮੈਡੀਸਨ ਹਸਪੀਟਲ ਰਿਸਰਚ ਸੈਂਟਰ ਐਟ ਕੀਰਤਪੁਰ ਸਾਹਿਬ। ਅਗਰ ਪੁੱਛਿਆ ਜਾਵੇ ਕੀਰਤਪੁਰ ਸਾਹਿਬ ਕਿਸ ਗੁਰੂ ਸਾਹਿਬਾਨ ਨੇ ਵਸਾਇਆ ਤਾਂ ਆਨਸਰ ਹੋਏਗਾ ਗੁਰੂ ਹਰਗੋਬਿੰਦ ਜੀ ਨੇ। ਬਟ ਉੱਥੇ ਮੈਡੀਕਲ ਸੈਂਟਰ ਕਿਹਨਾਂ ਦੇ ਦੁਆਰਾ ਇਸਟੈਬਲਿਸ਼ ਕੀਤਾ ਗਿਆ ਸੀ, ਗੁਰੂ ਹਰਰਾਏ ਜੀ ਦੇ ਦੁਆਰਾ ਇਸਟੈਬਲਿਸ਼ ਕੀਤਾ ਗਿਆ ਸੀ। ਕਹਿੰਦੇ ਦਾਰਾ ਸੇਖੋ ਸੀ ਜੋ ਔਰੰਗਜ਼ੇਬ ਦਾ ਜੋ ਪੁੱਤਰ ਸੀ ਦਾਰਾ ਸੇਖੋ, ਉਹ ਵੀ ਗੁਰੂ ਜੀ ਦੀ ਸ਼ਰਨ ਦੇ ਵਿੱਚ ਆਇਆ ਸੀ। ਕਹਿੰਦੇ ਵੰਸ ਦਾਰਾ ਸੇਖੋ ਦਾ ਐਲਡਰ ਸਨ ਆਫ ਸ਼ਾਹਜਹਾਂ, ਔਰੰਗਜ਼ੇਬ ਦਾ ਪੁੱਤਰ ਸੀ ਤੇ ਸ਼ਾਹਜਹਾਂ ਦਾ ਕੀ ਸੀ, ਬ੍ਰਦਰ ਸੀ। ਸ਼ਾਹਜਹਾਂ ਦਾ ਪੁੱਤਰ ਸੀ ਵੱਡਾ ਤੇ ਔਰੰਗਜ਼ੇਬ ਦਾ ਕੀ ਸੀ, ਬ੍ਰਦਰ। ਦੇਖੋ ਸ਼ਾਹਜਹਾਂ ਦੀ ਅਗਰ ਜਦੋਂ ਆਪਾਂ ਸਟੋਰੀ ਪੜ੍ਹਦੇ ਹਾਂ ਤਾਂ ਸ਼ਾਹਜਹਾਂ ਨੂੰ ਔਰੰਗਜ਼ੇਬ ਨੇ ਕਿਲੇ ਦੇ ਵਿੱਚ ਕੈਦ ਕਰਵਾਤਾ ਸੀ। ਤੇ ਜੋ ਸ਼ਾਹਜਹਾਂ ਦਾ ਜੋ ਇੱਕ ਬੇਟਾ ਸੀ, ਜੋ ਯੰਗੈਸਟ ਬੇਟਾ ਸੀ, ਉਹ ਦਾਰਾ ਸੇਖੋ ਸੀ। ਉਸਦੀ ਔਰੰਗਜ਼ੇਬ ਦੇ ਨਾਲ ਕੁਝ ਬਣਦੀ ਨਹੀਂ ਸੀ ਤੇ ਉਹ ਵੀ ਜੋ ਦਾਰਾ ਸੇਖੋ ਸੀ ਜੋ ਯੰਗੈਸਟ ਸਨ ਸੀ ਕਿਹਨਾਂ ਦਾ, ਸ਼ਾਹਜਹਾਂ ਦਾ, ਉਹ ਵੀ ਗੁਰੂ ਰਾਏ ਜੀ ਦੀ ਬਲੈਸਿੰਗਸ ਲੈਣ ਦੇ ਲਈ ਗੁਰੂ ਜੀ ਦੇ ਦਰਬਾਰ ਦੇ ਵਿੱਚ ਆਇਆ ਸੀ। ਕਹਿੰਦੇ ਦਾ ਗੁਰੂ ਨੋਮੀਨੇਟਡ ਹਿਸ ਯੰਗੈਸਟ ਸਨ ਐਜ਼ ਅ 5 years old ਹਰਕ੍ਰਿਸ਼ਨ ਜੀ। ਹੁਣ ਅਗਰ ਤੁਹਾਨੂੰ ਪੁੱਛਿਆ ਜਾਵੇ ਕਿ ਸਿੱਖਾਂ ਦੇ ਸਭ ਤੋਂ ਵੱਡੀ ਉਮਰ ਦੇ ਗੁਰੂ ਸਾਹਿਬਾਨ ਕੌਣ ਬਣੇ ਤਾਂ ਆਨਸਰ ਹੋਏਗਾ ਗੁਰੂ ਅਮਰਦਾਸ ਜੀ, ਜੋ 73 years old ਸਨ ਜਦੋਂ ਗੁਰਗੱਦੀ ਦੇ ਉੱਤੇ ਬੈਠੇ ਸਨ ਤੇ 95 year ਦੀ ਏਜ ਦੇ ਵਿੱਚੋਂ ਜੋਤੀ ਜੋਤ ਸਮਾਏ ਸਨ। ਉਸੇ ਤਰੀਕੇ ਦੇ ਨਾਲ ਅਗਰ ਪੁੱਛਿਆ ਜਾਵੇ ਕਿ ਸਭ ਤੋਂ ਛੋਟੀ ਉਮਰ ਦੇ ਗੁਰੂ ਸਾਹਿਬਾਨ ਕੌਣ ਰਹੇ ਨੇ ਤਾਂ ਗੁਰੂ ਹਰਕ੍ਰਿਸ਼ਨ ਜੀ ਰਹੇ ਨੇ ਤੇ ਉਹ ਮਾਤਰ 5 ਸਾਲ ਦੇ ਸਨ ਜਦੋਂ ਉਹਨਾਂ ਨੂੰ ਗੁਰਗੱਦੀ ਦੇ ਉੱਤੇ ਬਿਠਾਇਆ ਗਿਆ ਸੀ। ਜਦੋਂ ਗੁਰੂ ਹਰਰਾਏ ਜੀ ਜੋਤੀ ਜੋਤ ਸਮਾ ਗਏ ਸਨ ਤਾਂ ਗੁਰੂ ਹਰਕ੍ਰਿਸ਼ਨ ਜੀ ਸਭ ਤੋਂ ਛੋਟੀ ਉਮਰ ਮਾਤਰ 5 ਸਾਲ ਦੇ ਸਨ ਜਦੋਂ ਉਹਨਾਂ ਨੂੰ ਗੁਰਗੱਦੀ ਦੇ ਉੱਤੇ ਬਿਠਾਇਆ ਗਿਆ ਸੀ 1661 ਦੇ ਵਿੱਚ। ਸੋ ਆਪਾਂ ਮੂਵ ਕਰਾਂਗੇ ਆਪਣੇ ਇੱਕ ਵਾਰ ਗੁਰੂ ਹਰਕ੍ਰਿਸ਼ਨ ਜੀ ਬਾਰੇ ਗੱਲ ਕਰਾਂਗੇ ਜੋ ਸਿੱਖਾਂ ਦੇ 8ਵੇਂ ਗੁਰੂ ਹੋਏ ਨੇ ਤੇ ਸਭ ਤੋਂ ਛੋਟੀ ਉਮਰ ਦੇ ਗੁਰੂ ਸਾਹਿਬਾਨ ਹੋਏ ਨੇ ਗੁਰੂ ਹਰਕ੍ਰਿਸ਼ਨ ਜੀ। ਉਹਨਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਵੀ ਲੋਕਾਂ ਦਾ ਕਲਿਆਣ ਕਰਨ ਦੇ ਲਈ ਬਹੁਤ ਸਾਰੇ ਕੰਮ ਕੀਤੇ। ਉਸ ਟਾਈਮ ਜਦੋਂ ਗੁਰੂ ਹਰਕ੍ਰਿਸ਼ਨ ਜੀ ਸਨ ਤਾਂ ਚੇਚਕ ਦੀ ਬਿਮਾਰੀ ਫੈਲ ਗਈ ਸੀ ਤਾਂ ਦਿੱਲੀ ਦੇ ਵਿੱਚ ਉਹਨਾਂ ਨੇ ਕਈ ਲੋਕਾਂ ਦਾ ਇਲਾਜ ਕਰਦੇ ਉਹਨਾਂ ਨੂੰ ਸਹਾਇਤਾ ਪ੍ਰਵਾਨ ਕੀਤੀ ਸੀ ਤਾਂ ਉਹ ਵੀ ਇਸ ਬਿਮਾਰੀ ਦੇ ਸ਼ਿਕਾਰ ਹੋ ਗਏ ਸਨ ਤੇ ਉਹਨਾਂ ਦੀ ਜਿਸ ਕਰਕੇ ਉਹ ਜੋਤੀ ਜੋਤ ਸਮਾ ਗਏ ਸਨ। ਕਹਿੰਦੇ ਗੁਰੂ ਹਰਕ੍ਰਿਸ਼ਨ ਜੀ ਦਾ ਜੋ ਜਨਮ ਹੋਇਆ 1656 ਦੇ ਵਿੱਚ ਹੋਇਆ ਸੀ ਤੇ 1664 ਦੇ ਵਿੱਚ ਕੀ ਉਹ ਜੋਤੀ ਜੋਤ ਸਮਾ ਗਏ ਸਨ, ਮਾਤਰ 8 ਸਾਲ ਦੇ ਸਨ। ਕਹਿੰਦੇ ਗੁਰੂ ਹਰਕ੍ਰਿਸ਼ਨ ਜੀ ਸਾਹਿਬ ਦਾ ਆਪਾਂ ਗੱਲ ਕਰੀਏ ਤਾਂ ਇਹ ਸਿੱਖਾਂ ਦੇ ਕਿਹੜੇ ਗੁਰੂ ਨੇ, 8ਵੇਂ ਗੁਰੂ ਨੇ। ਹੀ ਵਾਸ ਸੈਕਿੰਡ ਸਨ ਆਫ ਦਾ 7th ਗੁਰੂ ਹਰਰਾਏ ਜੀ। ਗੁਰੂ ਹਰਰਾਏ ਜੀ ਦੇ ਛੋਟੇ ਸਪੁੱਤਰ ਦੂਸਰੇ ਪੁੱਤਰ ਸਨ ਉਹ ਤੇ ਮਾਤਾ ਕ੍ਰਿਸ਼ਨ ਕੌਰ ਤੇ ਗੁਰੂ ਹਰਰਾਏ ਜੀ ਦੇ ਛੋਟੇ ਸਪੁੱਤਰ ਸਨ ਗੁਰੂ ਹਰਕ੍ਰਿਸ਼ਨ ਜੀ।
In human history, there are but few devotees of God who have achieved the supreme level of spirituality such as tender says। ਕਹਿੰਦੇ ਇਹ ਸਿੱਖੀਜ਼ਮ ਦੀ ਜਾਂ ਕਿਸੇ ਵੀ ਹਿਸਟਰੀ ਦੇ ਵਿੱਚ ਇਹ ਇੱਕ ਡਿਫਰੈਂਟ ਇੱਕ ਪਹਿਲੀ ਵਾਰ ਹੋਇਆ ਸੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਗੋਡ ਨੂੰ ਮਿਲਣਾ, ਜਾਂ ਤੁਸੀਂ ਇਹ ਕਹਿ ਦਿਓ ਕਿ ਇੰਨੀ ਜ਼ਿਆਦਾ ਇੱਕ ਇੰਨੀ ਇੰਨੀ ਇੱਕ ਸੁਪਰੀਮ ਸ਼ਖਸੀਅਤ ਹੋਏ ਸਨ ਗੁਰੂ ਹਰਕ੍ਰਿਸ਼ਨ ਜੀ। ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਉਸ ਟਾਈਮ ਚੇਚਕ ਦੀ ਬਿਮਾਰੀ ਹੋ ਗਈ ਸੀ, ਸਮਾਲ ਪੌਕਸ ਦੇ ਸ਼ਿਕਾਰ ਹੋ ਗਏ ਸਨ। ਲੋਕਾਂ ਦੀ ਸੇਵਾ ਕਰਦੇ, ਲੋਕਾਂ ਦੀ ਸਹਾਇਤਾ ਕਰਦੇ, ਗੁਰੂ ਹਰਕ੍ਰਿਸ਼ਨ ਜੀ ਲੋਕਾਂ ਦੀ ਸਹਾਇਤਾ ਕਰਦੇ ਇਸ ਬਿਮਾਰੀ ਦੇ ਸ਼ਿਕਾਰ ਹੋ ਗਏ ਸਨ, ਸਮਾਲ ਪੌਕਸ, ਤੇ ਜਿਸ ਵਜ੍ਹਾ ਕਰਕੇ ਉਹਨਾਂ ਦੀ ਕੀ ਹੋ ਗਈ ਸੀ, ਡੈਥ ਹੋ ਗਈ ਸੀ। ਬਟ ਹੁਣ ਉਹਨਾਂ ਦੀ ਜਦੋਂ ਡੈਥ ਹੋਈ, ਜਦੋਂ ਜੋਤੀ ਜੋਤ ਸਮਾ ਗਏ ਸਨ, ਤਾਂ ਉਹਨਾਂ ਨੇ ਆਪਣੇ ਜੋਤੀ ਜੋਤ ਸਮਾਣ ਸਮੇਂ ਇੱਕ ਵਰਡ ਬੋਲੇ ਸਨ, ਬਾਬਾ ਬਕਾਲਾ। ਠੀਕ ਹੈ, ਉਹਨਾਂ ਨੇ ਇੱਕ ਵਰਡ ਬੋਲੇ ਸਨ, ਬਾਬਾ ਬਕਾਲਾ ਜੀ। ਕਿਉਂਕਿ ਹੁਣ ਦੇਖੋ ਪਿੱਛੇ ਗੁਰੂ ਸਾਹਿਬਾਨ ਜਿੰਨੇ ਵੀ ਹੋਏ ਨੇ ਉਹ ਆਪਣਾ ਜਦੋਂ ਵੀ ਜੋਤੀ ਜੋਤ ਸਮਾਉਂਦੇ ਸਨ, ਨੋਮੀਨੇਟ ਮਤਲਬ ਜਿਹਦੇ ਅੱਗੇ ਸਕਸੈਸਰ ਸਨ ਉਹਨਾਂ ਦਾ ਨਾਮ ਦੱਸਦੇ ਸਨ ਕਿ ਇਹਨਾਂ ਨੂੰ ਗੱਦੀ ਦੇ ਉੱਤੇ ਬਿਠਾਇਆ ਜਾਏਗਾ। ਬਟ ਇਹਨਾਂ ਨੇ ਜਸਟ ਇੱਕ ਬਾਬਾ ਬਕਾਲੇ ਦੀ ਗੱਲ ਕੀਤੀ ਸੀ ਤੇ ਉੱਥੇ ਬਾਬਾ ਬਕਾਲੇ ਤੋਂ ਹੋਏ ਸਨ ਸਾਡੇ ਗੁਰੂ ਤੇਗ ਬਹਾਦਰ ਜੀ, 9ਵੇਂ ਗੁਰੂ ਸਾਹਿਬਾਨ। ਸੋ ਇਹਨਾਂ ਨੇ ਬਾਬਾ ਬਕਾਲਾ ਤੋਂ ਰਿਪਰੈਜ਼ੈਂਟ ਕਿਸ ਨੂੰ ਕੀਤਾ ਸੀ, ਗੁਰੂ ਤੇਗ ਬਹਾਦਰ ਜੀ ਨੈਕਸਟ ਸਕਸੈਸਰ ਹੋਣਗੇ ਕਿਸ ਦੇ, ਗੱਦੀ ਦੇ, ਸਿੱਖਾਂ ਦੇ 9ਵੇਂ ਪਾਤਸ਼ਾਹ ਬਣਨਗੇ ਗੁਰੂ ਤੇਗ ਬਹਾਦਰ ਜੀ। ਸੋ ਗੁਰੂ ਹਰਰਾਏ ਜੀ ਬਾਰੇ ਜੋ ਇੰਪੋਰਟੈਂਟ ਫੈਕਟਸ ਨੇ ਉਹਨਾਂ ਨੂੰ ਗੱਲ ਕਰ ਲੈਂਦੇ ਹਾਂ ਕਿ ਉਹਨਾਂ ਦਾ ਬਰਥ ਹੋਇਆ 1656 ਦੇ ਵਿੱਚ ਹੋਇਆ। ਗੁਰੂ ਹਰਕ੍ਰਿਸ਼ਨ ਜੀ ਦਾ ਬਰਥ ਹੋਇਆ ਸੀ ਕੀਰਤਪੁਰ ਸਾਹਿਬ ਵਿਖੇ ਹੋਇਆ ਸੀ। ਮਾਤਾ ਤੇ ਫਾਦਰ ਦਾ ਨਾਮ ਦੇਖ ਲਓ, ਗੁਰੂ ਹਰਰਾਏ ਜੀ ਉਹਨਾਂ ਦੇ ਫਾਦਰ ਦਾ ਨਾਮ ਤੇ ਮਾਤਾ ਦਾ ਨਾਮ ਸੁਲੱਖਣੀ ਸੀ। ਗੱਦੀ ਉਹਨਾਂ ਦਾ ਟਾਈਮ ਪੀਰੀਅਡ ਰਿਹਾ 1661 ਤੋਂ ਲੈ ਕੇ 1664, ਮਾਤਰ 4 ਸਾਲ ਦੇ ਉਹਨਾਂ ਗੱਦੀ ਟਾਈਮ ਪੀਰੀਅਡ ਰਿਹਾ ਹੈ। ਤੇ ਉਹਨਾਂ ਨੂੰ ਚਾਈਲਡ ਪ੍ਰੋਫੈਟ ਵੀ ਕਿਹਾ ਜਾਂਦਾ ਹੈ, ਬਾਲਾ ਪੀਰ। ਠੀਕ ਹੈ, ਐਗਜ਼ਾਮ ਦੇ ਪੁੱਛਿਆ ਜਾਏਗਾ ਕਿ ਬਾਲਾ ਪੀਰ ਕਿਸ ਗੁਰੂ ਸਹਿਬਾਨ ਨੂੰ ਕਿਹਾ ਜਾਂਦਾ ਹੈ, ਤਾਂ ਬਾਲਾ ਪੀਰ ਤੋਂ ਯਾਦ ਰੱਖਣਾ ਹੈ ਗੁਰੂ ਹਰਕ੍ਰਿਸ਼ਨ ਜੀ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਸ ਤੋਂ ਇਲਾਵਾ ਕਿਸ ਦੇ ਕੰਟੈਂਪਰੇਰੀ ਰਹੇ ਨੇ, ਸਹਾਇਕ ਰਹੇ ਨੇ, ਔਰੰਗਜ਼ੇਬ ਦੇ ਕੰਟੈਂਪਰੇਰੀ ਰਹੇ ਨੇ। ਤੇ ਉਹਨਾਂ ਦੇ ਸਕਸੈਸਰ ਕੌਣ ਰਹੇ ਨੇ, ਗੁਰੂ ਤੇਗ ਬਹਾਦਰ ਜੀ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਜੀ ਨੇ ਬਾਬਾ ਬਕਾਲਾ ਕਿਹਾ ਸੀ ਤੇ ਬਾਬਾ ਬਕਾਲਾ ਦੇ ਵਸਨੀਕ ਸਨ ਗੁਰੂ ਤੇਗ ਬਹਾਦਰ ਜੀ। ਤੇ ਜੋਤੀ ਜੋਤ ਉਹਨਾਂ ਦੀ ਸਮਾਲ ਪੌਕਸ ਦੇ ਕਰਕੇ ਉਹਨਾਂ ਜੋਤੀ ਜੋਤ ਸਮਾ ਗਏ ਸਨ 1664 ਦੇ ਵਿੱਚ। ਕਿੱਥੇ ਜੋਤੀ ਜੋਤ ਸਮਾਏ ਸਨ, ਦਿੱਲੀ ਦੇ ਵਿਖੇ। ਹੁਣ ਅਗਰ ਗੱਲ ਕੀਤੀ ਜਾਵੇ ਗੁਰੂ ਤੇਗ ਬਹਾਦਰ ਜੀ ਬਾਰੇ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਨੂੰ? ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਨੇ ਕੀ ਕੀਤਾ ਸੀ, ਉਸ ਟਾਈਮ ਔਰੰਗਜ਼ੇਬ ਦੇ ਜੋ ਤਸ਼ੱਦਦ ਸਨ, ਜਾਂ ਤੁਸੀਂ ਇਹ ਕਹਿ ਲਓ ਕਿ ਜ਼ੁਲਮ ਇੱਥੋਂ ਤੱਕ ਵੱਧ ਚੁੱਕੇ ਸਨ ਕਿ ਜੋ ਕਸ਼ਮੀਰੀ ਪੰਡਿਤ ਸਨ ਉਹ ਗੁਰੂ ਸਾਹਿਬਾਨ ਕੋਲ ਫਰਿਆਦ ਲੈ ਕੇ ਆਏ ਸਨ ਕਿ ਸਾਨੂੰ ਇਹਨਾਂ ਦੇ ਜ਼ੁਲਮਾਂ ਤੋਂ ਬਚਾਇਆ ਜਾਵੇ, ਜਾਂ ਇਹ ਸਾਨੂੰ ਜਬਰਨ ਸਾਡਾ ਜੋ ਧਰਮ ਬਦਲਣ ਦੀ ਕੋਸ਼ਿਸ਼ ਕਰਦੇ ਨੇ। ਤਾਂ ਗੁਰੂ ਸਾਹਿਬਾਨ ਨੇ ਉਹਨਾਂ ਕਸ਼ਮੀਰੀ ਪੰਡਤਾਂ ਦੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਤਰ ਉਹਨਾਂ ਦੇ ਪੁੱਤਰ 9 ਸਾਲ ਦੇ ਸਨ, ਤਾਂ ਉਹਨਾਂ ਨੇ ਉਹਨਾਂ ਕਸ਼ਮੀਰੀ ਪੰਡਤਾਂ ਕਰਕੇ ਆਪਣਾ ਜੋ ਸ਼ਹੀਦੀ ਪ੍ਰਾਪਤ ਕੀਤੀ ਸੀ। ਕਿੱਥੇ ਕੀਤੀ ਸੀ? ਦਿੱਲੀ ਚਾਂਦਨੀ ਚੌਂਕ ਦੇ ਵਿੱਚ। ਠੀਕ ਹੈ ਜੀ। ਸੋ ਗੁਰੂ ਤੇਗ ਬਹਾਦਰ ਜੀ ਦਾ ਜੋ ਜਨਮ ਹੋਇਆ ਸੀ 1621 ਦੇ ਵਿੱਚ ਹੋਇਆ ਸੀ ਤੇ ਉਹ ਜੋਤੀ ਜੋਤ ਸਮਾ ਗਏ ਸਨ 1675 ਦੇ ਵਿੱਚ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸ਼ਿਸ਼ਟ ਦੀ ਚਾਦਰ ਜਾਂ ਪ੍ਰੋਟੈਕਟਰ ਆਫ ਹਿਊਮੈਨਿਟੀ ਕਿਹਾ ਜਾਂਦਾ ਹੈ, ਜਾਂ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ। ਹੀ ਫਾਊਂਡਡ ਚੱਕ ਨਾਨਕੀ। ਇਹ ਵੀ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਕਿ ਉਹਨਾਂ ਦੇ ਦੁਆਰਾ ਕਿਹੜਾ ਐਸਾ ਸਿਟੀ ਸੀ ਜਿਹੜੀ ਫਾਊਂਡ ਕੀਤੀ ਗਈ ਸੀ, ਤਾਂ ਆਨਸਰ ਹੋਏਗਾ ਅਨੰਦਪੁਰ ਸਾਹਿਬ। ਠੀਕ ਹੈ ਜੀ, ਅਨੰਦਪੁਰ ਸਾਹਿਬ ਜੋ ਫਾਊਂਡ ਕੀਤਾ ਗਿਆ ਸੀ ਸ਼ਹਿਰ, ਸਿਟੀ ਕਿਹਨਾਂ ਦੇ ਦੁਆਰਾ ਫਾਊਂਡ ਕੀਤੀ ਗਈ ਸੀ? ਗੁਰੂ ਤੇਗ ਬਹਾਦਰ ਜੀ ਦੇ ਦੁਆਰਾ ਫਾਊਂਡ ਕੀਤੀ ਗਈ ਸੀ। ਤੇ ਇਹ ਵੀ ਪੁੱਛਿਆ ਜਾਏਗਾ ਕਿ ਸ਼੍ਰੀ ਅਨੰਦਪੁਰ ਸਾਹਿਬ ਦਾ ਦੂਸਰਾ ਨੇਮ ਕੀ ਹੈ, ਤਾਂ ਆਨਸਰ ਹੋਏਗਾ ਚੱਕ ਨਾਨਕੀ। ਇਸ ਨੂੰ ਵਾਈਟ ਸਿਟੀ ਆਫ ਵੀ ਕਿਹਾ ਜਾਂਦਾ ਹੈ। ਇਸ ਨੂੰ ਕੀ ਕਿਹਾ ਜਾਂਦਾ ਹੈ? ਵਾਈਟ ਸਿਟੀ ਆਫ ਪੰਜਾਬ ਵੀ ਕਿਹਾ ਜਾਂਦਾ ਹੈ। ਇਸ ਨੂੰ ਅਨੰਦਪੁਰ ਸਾਹਿਬ ਤੇ ਚੱਕ ਨਾਨਕੀ ਵੀ ਕਿਹਾ ਜਾਂਦਾ ਹੈ। ਇਹ ਸਿਟੀ ਕਿਸ ਦੇ ਦੁਆਰਾ, ਇਹ ਸ਼ਹਿਰ ਕਿਸ ਦੇ ਦੁਆਰਾ ਫਾਊਂਡ ਕੀਤਾ ਗਿਆ ਸੀ? ਇਹ ਗੁਰੂ ਹਰਗੋਬਿੰਦ ਜੀ ਦੇ ਦੁਆਰਾ ਫਾਊਂਡ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਗੱਲ ਕਰੀਏ ਉਹਨਾਂ ਦੀ ਸ਼ਹੀਦੀ ਬਾਰੇ। ਮੈਂ ਜਿਵੇਂ ਗੱਲ ਕੀਤੀ ਕਿ ਉਸ ਟਾਈਮ ਔਰੰਗਜ਼ੇਬ ਦੇ ਜੋ ਕਤਲੇਆਮ ਸੀ ਬਹੁਤ ਜ਼ਿਆਦਾ ਵੱਧ ਚੁੱਕੇ ਸੀ ਤੇ ਉਸਨੇ ਕਸ਼ਮੀਰੀ ਪੰਡਤਾਂ ਦੇ ਉੱਤੇ ਤਸ਼ੱਦਦ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਜਿਸ ਕਰਕੇ ਕਸ਼ਮੀਰੀ ਪੰਡਿਤ ਫਰਿਆਦ ਲੈ ਕੇ ਆਏ ਸੀ ਗੁਰੂ ਤੇਗ ਬਹਾਦਰ ਜੀ ਕੋਲ ਕਿ ਉਹਨਾਂ ਦੀਆਂ ਜੋ ਜਾਨਾਂ ਨੇ ਜਾਂ ਉਹਨਾਂ ਦਾ ਧਰਮ ਹੈ ਜੋ ਜਬਰਨ ਕਨਵਰਟ ਕਰਵਾਇਆ ਜਾ ਰਿਹਾ ਹੈ
ਤਾਂ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਨਾਲ ਗਏ ਸਨ ਤੇ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਕੀ ਕਰ ਦਿੱਤਾ ਗਿਆ ਸੀ, ਸ਼ਹੀਦ ਕਰ ਦਿੱਤਾ ਗਿਆ ਸੀ। ਤਾਂ ਉਹਨਾਂ ਦੀ ਯਾਦ ਦੇ ਵਿੱਚ ਦੋ ਗੁਰਦੁਆਰਾ, ਦੇਖੋ ਉਹਨਾਂ ਦੇ ਜੋ ਸੀਸ ਦਾ ਜੋ ਸੰਸਕਾਰ ਹੋਇਆ ਸੀ ਉਹ ਕਿਤੇ ਹੋਰ ਕੀਤਾ ਗਿਆ ਸੀ ਤੇ ਉਹਨਾਂ ਦੀ ਧੜ ਦਾ ਸੰਸਕਾਰ ਕਿਤੇ ਹੋਰ ਕੀਤਾ ਗਿਆ ਸੀ। ਉਸ ਯਾਦ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਗੁਰਦੁਆਰਾ ਸੀਸਗੰਜ ਤੇ ਗੁਰਦੁਆਰਾ ਰਕਾਬਗੰਜ। ਦੋਨੋਂ ਹੀ ਯਾਦ ਰੱਖਣੇ ਨੇ, ਕਿਸ ਯਾਦ ਦੇ ਵਿੱਚ ਬਣੇ ਹੋਏ ਨੇ, ਗੁਰੂ ਤੇਗ ਬਹਾਦਰ ਦੀ ਯਾਦ ਦੇ ਵਿੱਚ ਬਣੇ ਹੋਏ ਨੇ। ਕਿਹੜਾ? ਗੁਰਦੁਆਰਾ ਸੀਸਗੰਜ ਤੇ ਗੁਰਦੁਆਰਾ ਰਕਾਬਗੰਜ। ਠੀਕ ਹੈ ਜੀ। ਸੋ ਨੈਕਸਟ ਗੱਲ ਕਰੀਏ ਆਪਾਂ ਸਿੱਖਾਂ ਦੇ 10th ਗੁਰੂ, ਲਾਸਟ ਗੁਰੂ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਿੱਖੀ ਦੇ ਲਈ ਆਪਣਾ ਪੂਰਾ ਪਰਿਵਾਰ ਬਲੀਦਾਨ ਦੇਤਾ ਸੀ, ਪੂਰੇ ਪਰਿਵਾਰ ਦਾ ਵਾਰਤਾ ਸੀ। ਸਿੱਖ ਕੌਮ ਤੋਂ ਪੂਰਾ ਪਰਿਵਾਰ ਵਾਰਿਆ ਸੀ। ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਸਨ। ਉਹਨਾਂ ਦੇ ਦੋ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਚਿਣਾ ਦਿੱਤਾ ਗਿਆ ਸੀ, ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਜੋ ਚਮਕੌਰ ਦੀ ਗੜੀ ਦੇ ਵਿੱਚ ਜੰਗ ਲੜਦੇ ਹੋਏ ਸਿੱਖਾਂ ਦੇ ਲਈ ਸ਼ਹੀਦ ਹੋ ਗਏ ਸਨ। ਉਹਨਾਂ ਦੇ ਮਾਤਾ ਜੋ ਠੰਡੇ ਬੁਰਜ ਦੇ ਵਿੱਚ ਆਪਣੀ ਇੰਨੀ ਠੰਡ ਦੇ ਵਿੱਚ ਉਹ ਕੀ ਹੋ ਗਏ ਸਨ, ਸ਼ਹੀਦ ਹੋਏ ਸਨ ਠੰਡੇ ਬੁਰਜ ਸਰਹੰਦ ਦੇ ਵਿਖੇ। ਸੋ ਇਹਨਾਂ ਨੇ ਆਪਣਾ ਪੂਰਾ ਪਰਿਵਾਰ ਹੈ ਜੋ ਸਿੱਖ ਕੌਮ ਦੇ ਮੱਥੇ ਲਾਇਆ ਸੀ, ਉਹ ਹੋਏ ਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦਾ ਬਰਥ ਹੋਇਆ 1666 ਦੇ ਵਿੱਚ ਪਟਨਾ ਦੇ ਵਿਖੇ। ਉਹਨਾਂ ਦਾ ਬਰਥ ਹੋਇਆ ਸੀ। ਜੋ ਪਟਨਾ ਸਾਹਿਬ ਹੈ ਉਹ ਸਾਡੇ ਇੱਕ ਤਖਤਾਂ ਦੇ ਵਿੱਚੋਂ ਇੱਕ ਤਖਤ ਹੈ। ਪਟਨਾ ਸਾਹਿਬ 1666 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। 1708 ਦੇ ਵਿੱਚ ਅਫਗਾਨਸ ਦੇ ਸ਼ੁਰੇ ਤੋਂ ਜ਼ਖਮੀ ਹੋ ਕੇ ਉਹ ਕੀ ਹੋ ਗਏ ਸਨ, ਜੋਤੀ ਜੋਤ ਸਮਾ ਗਏ ਸਨ। ਗੱਲ ਕੀਤੀ ਜਾਵੇ ਉਹਨਾਂ ਦਾ ਜਨਮ ਹੋਇਆ 15 ਜਨਵਰੀ 1666 ਨੂੰ ਉਹਨਾਂ ਦਾ ਜਨਮ ਹੋਇਆ ਸੀ ਤੇ ਉਹ ਗੁਰਗੱਦੀ ਦੇ ਉੱਤੇ 1675 ਦੇ ਵਿੱਚ ਬੈਠੇ ਸਨ। ਗੁਰਗੱਦੀ ਦੇ ਉੱਤੇ ਉਹਨਾਂ ਦੇ ਫਾਦਰ ਦਾ ਨਾਮ ਕੀ ਸੀ? ਗੁਰੂ ਤੇਗ ਬਹਾਦਰ। ਮਾਤਾ ਦਾ ਨਾਮ ਮਾਤਾ ਗੁਜਰ ਕੌਰ ਸੀ। ਜਨਮ ਸਥਾਨ ਦੀ ਗੱਲ ਕੀਤੀ ਜਾਵੇ ਪਟਨਾ ਬਿਹਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਦੀ ਵਾਈਫਸ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਜੀਤੋ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਉਹਨਾਂ ਦੀਆਂ ਪਤਨੀਆਂ ਦਾ ਨਾਮ ਸੀ। ਤੇ ਉਹਨਾਂ ਦੇ ਅਗਰ ਪੁੱਤਰਾਂ ਦੀ ਗੱਲ ਕੀਤੀ ਜਾਵੇ, ਦੋ ਵੱਡੇ ਸਾਹਿਬਜ਼ਾਦੇ ਤੇ ਦੋ ਛੋਟੇ ਸਾਹਿਬਜ਼ਾਦੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਸਨ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ। ਦੇਖੋ ਗੱਲ ਕਰਦੇ ਹਾਂ ਅਗਰ ਦੋ ਵੱਡੇ ਸਾਹਿਬਜ਼ਾਦਿਆਂ ਦੀ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੁਝਾਰ ਸਿੰਘ, ਇਹ ਦੋਨੋਂ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਜੰਗ ਲੜਦੇ ਹੋਏ ਸ਼ਹੀਦ ਹੋਏ ਸਨ। ਤੇ ਜੋ ਛੋਟੇ ਦੋ ਸਾਹਿਬਜ਼ਾਦੇ ਸਨ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ, ਇਹਨਾਂ ਨੂੰ ਜਿੰਦਾ ਹੀ ਕੀ ਹੈ, ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਗਿਆ ਸੀ। ਅਗਰ ਉਹਨਾਂ ਦੀ ਡਿਸਾਈਪਲ ਦੀ ਗੱਲ ਕੀਤੀ ਜਾਵੇ ਕਿ ਉਹਨਾਂ ਤੋਂ ਬਾਅਦ ਦੇ ਵਿੱਚ ਜੋ ਸਿੱਖ ਕੌਮ ਨੂੰ ਕਿਸ ਨੇ ਸੰਭਾਲਿਆ ਸੀ, ਬਾਬਾ ਬੰਦਾ ਸਿੰਘ ਬਹਾਦਰ ਤੇ ਮਾਈ ਭਾਗੋ ਨੇ ਕੀ ਹੈ ਅੱਗੇ ਸਿੱਖ ਕੌਮ ਨੂੰ ਸੰਭਾਲਿਆ ਸੀ। ਹੁਣ ਗੱਲ ਕੀਤੀ ਜਾਵੇ ਤਾਂ ਐਗਜ਼ਾਮ ਦੇ ਵਿੱਚ ਦੇਖੋ ਪਟਵਾਰੀ ਦੇ ਮੇਨਸ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ, ਕੁਐਸਚਨ ਕੀ ਆਇਆ ਸੀ ਕਿ ਪ੍ਰੀ ਖਾਲਸਾ ਖਾਲਸਾ ਤੋਂ ਪਹਿਲਾਂ, ਖਾਲਸਾ ਦੀ ਸਿਰਜਣਾ ਤੋਂ ਪਹਿਲਾਂ ਕਿਹੜੀ ਜਿਹੜੀ ਜੰਗ ਸੀ ਉਹ ਗੁਰੂ ਤੇਗ ਬਹਾਦਰ ਜੀ ਦੇ ਵੱਲੋਂ ਲੜੀ ਗਈ ਸੀ? ਤਾਂ ਉਹ ਸੀ ਜੀ ਪ੍ਰੀ ਖਾਲਸਾ ਬੈਟਲ ਸੀ ਸਾਡੀ, ਬੈਟਲ ਆਫ ਭੰਗਾਣੀ। ਇਹ ਕਿਹਦੇ ਵਿੱਚ ਪੁੱਛਿਆ ਗਿਆ ਸੀ? ਮੇਨਸ ਪਟਵਾਰੀ ਦੇ ਵਿੱਚ। ਮੇਨਸ ਪਟਵਾਰੀ ਹੋਇਆ ਸੀ 2021 ਦੇ ਵਿੱਚ, ਉਹਦੇ ਵਿੱਚ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਪ੍ਰੀ ਖਾਲਸਾ ਕਿਹੜੀ ਬੈਟਲ ਲੜੀ ਗਈ ਹੈ? ਤਾਂ ਆਨਸਰ ਹੋਏਗਾ ਭੰਗਾਣੀ ਦਾ ਯੁੱਧ ਸੀ ਜੋ ਗੁਰੂ ਤੇਗ ਬਹਾਦਰ ਜੀ ਦੇ ਦੁਆਰਾ ਲੜਿਆ ਗਿਆ ਸੀ। ਕਿਸ ਦੇ ਨਾਲ ਲੜਿਆ ਗਿਆ ਸੀ? ਭੀਮ ਚੰਦ ਦੇ ਨਾਲ ਲੜਿਆ ਗਿਆ ਸੀ, ਜੋ ਪਹਾੜੀ ਰਾਜਾ ਸੀ। ਭੀਮ ਚੰਦ ਦੇ ਨਾਲ ਇਹ ਯੁੱਧ ਸੀ ਜੋ ਲੜਿਆ ਸੀ। ਭੰਗਾਣੀ ਦਾ ਯੁੱਧ ਤੇ ਫਤਿਹ ਪ੍ਰਾਪਤ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਇਸ ਤੋਂ ਇਲਾਵਾ ਇਹ ਜੋ ਡਿਟੇਲ ਹੈ ਤੁਹਾਨੂੰ ਦੇ ਰੱਖੀ ਹੈ ਕਿ ਕਿਸ ਕਾਰਨਾਂ ਕਰਕੇ ਇਹ ਯੁੱਧ ਹੋਇਆ ਸੀ। ਠੀਕ ਹੈ ਜੀ। ਨੈਕਸਟ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉੱਥੇ 5 ਪਿਆਰਿਆਂ ਦੀ ਉਹਨਾਂ ਨੇ ਚੋਣ ਕੀਤੀ ਸੀ ਤੇ ਉਹ ਪੰਜੋ ਪਿਆਰੇ ਅਲੱਗ-ਅਲੱਗ ਕਮਿਊਨਿਟੀ, ਅਲੱਗ-ਅਲੱਗ ਜਾਤ ਤੋਂ ਬਿਲੋਂਗ ਕਰਦੇ ਸਨ। ਉਹਨਾਂ ਸਭ ਨੂੰ ਇੱਕੋ ਹੀ ਬਾਟੇ ਦੇ ਵਿੱਚੋਂ ਅੰਮ੍ਰਿਤ ਛਕਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ? ਗੁਰੂ ਦੇ ਸਿੱਖ ਬਣਾਇਆ ਸੀ। ਮਰਦਾਂ ਦੇ ਜੋ ਵੀ ਅੰਮ੍ਰਿਤ ਛਕਦੇ ਸਨ, ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਦੇ ਸਨ, ਉਹਨਾਂ ਦੇ ਨਾਮ ਨਾਲ ਸਿੰਘ ਤੇ ਲੜਕੀਆਂ ਦੇ ਨਾਮ ਨਾਲ ਕੌਰ ਦਾ ਉਹਨਾਂ ਨੇ ਕੀ ਲਗਾਉਣਾ ਸ਼ੁਰੂ ਕੀਤਾ ਸੀ ਕਿ ਗੁਰੂ ਦੇ ਸਿੰਘ ਤੇ ਗੁਰੂ ਦੀਆਂ ਸਿੰਘਣੀਆਂ ਨੇ। ਠੀਕ ਹੈ ਜੀ। ਸੋ ਖਾਲਸਾ ਦੀ ਸਿਰਜਣਾ ਕਦੋਂ ਹੋਈ ਸੀ? ਕ੍ਰੀਏਸ਼ਨ ਆਫ ਖਾਲਸਾ 1699 ਦੇ ਵਿੱਚ ਕੀਤੀ ਸੀ। ਕਿੱਥੇ ਕੀਤੀ ਸੀ?
ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਦੀ ਜੋ ਸਿਰਜਣਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ 1699 ਦੇ ਵਿੱਚ ਕੀਤੀ ਗਈ ਹੈ ਤੇ ਅਨੰਦਪੁਰ ਸਾਹਿਬ ਨੂੰ ਸ਼੍ਰੀ ਕੇਸਗੜ੍ਹ ਸਾਹਿਬ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉੱਥੇ ਉਹਨਾਂ ਨੇ 5 ਪਿਆਰਿਆਂ ਦੀ ਚੋਣ ਕੀਤੀ ਸੀ ਤੇ 5 ਪਿਆਰਿਆਂ ਦੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਕਹਿੰਦੇ ਭਾਈ ਦਇਆ ਰਾਮ ਸੀ ਪਹਿਲੇ ਪਿਆਰੇ ਦਾ ਨਾਮ, ਭਾਈ ਦਇਆ ਰਾਮ, ਜਿਨ੍ਹਾਂ ਦਾ ਨਾਮ ਬਦਲ ਕੇ ਬਣ ਗਿਆ ਸੀ ਭਾਈ ਦਇਆ ਸਿੰਘ। ਭਾਈ ਦਇਆ ਰਾਮ ਤੋਂ ਗੁਰੂ ਜੀ ਨੇ ਬਣਾਇਆ ਸੀ ਭਾਈ ਦਇਆ ਸਿੰਘ। ਭਾਈ ਧਰਮ ਸਿੰਘ ਨੂੰ ਨਾਮ ਚੇਂਜ ਹੋਇਆ ਸੀ ਭਾਈ ਧਰਮ ਸਿੰਘ, ਠੀਕ ਹੈ ਜੀ। ਭਾਈ ਹਿੰਮਤ ਰਾਏ ਦਾ ਨਾਮ ਚੇਂਜ ਕਰਕੇ ਭਾਈ ਹਿੰਮਤ ਸਿੰਘ ਰੱਖਿਆ ਸੀ ਤੇ ਚੌਥੇ ਗੁਰੂ ਭਾਈ ਮੋਹਕਮ ਚੰਦ ਨੂੰ ਭਾਈ ਮੋਹਕਮ ਸਿੰਘ ਦਾ ਨਾਮ ਬਖਸ਼ਿਆ ਤੇ ਭਾਈ ਸਾਹਿਬ ਚੰਦ ਨੂੰ ਭਾਈ ਸਾਹਿਬ ਸਿੰਘ ਦੇ ਨਾਮ ਦੇ ਨਾਲ ਨਵਾਜਿਆ ਗਿਆ। ਤਾਂ ਗੁਰੂ ਜੀ ਨੇ 5 ਪਿਆਰਿਆਂ ਦੀ ਚੋਣ ਕੀਤੀ ਤੇ ਉਹਨਾਂ 5 ਪਿਆਰਿਆਂ ਨੂੰ ਕੀ ਕੀਤਾ, ਅੰਮ੍ਰਿਤ ਛਕਾ ਕੇ ਗੁਰੂ ਦੇ ਕੀ ਬਣਾਇਆ ਸੀ, ਸਿੱਖ ਬਣਾਇਆ ਸੀ ਤੇ ਜਿਹਦੇ ਨਾਲ ਕੀ ਇਹ ਖਾਲਸਾ ਦੀ ਸਿਰਜਣਾ ਕੀਤੀ ਸੀ। ਤੇ ਉੱਥੇ ਉਹਨਾਂ ਨੇ 5 ਕਕਾਰ ਵੀ ਰੱਖੇ ਸਨ ਕਿ ਇਹਨਾਂ ਕੀ ਹੈ ਜੋ ਸਿੰਘ ਨੇ, ਜੋ ਸਿੱਖ ਨੇ, ਉਹਨਾਂ ਨੂੰ 5 ਕਕਾਰ ਉਹਨਾਂ ਨੂੰ ਧਾਰਨ ਕਰਨੇ ਨੇ। ਉਹਨਾਂ ਨੇ 5 ਕੇ, ਕਿਹੜੇ ਕਿਹੜੇ 5 ਕੇ? ਪਹਿਲਾ ਕੇਸ ਹੋ ਗਿਆ, ਸਾਡੇ ਵਾਲ ਹੋ ਗਏ, ਕੇਸ ਹੋ ਗਿਆ, ਕੰਗਾ ਹੋ, ਸੈਕਿੰਡ ਹੋ ਗਿਆ ਕੰਗਾ। ਪਹਿਲਾ ਕੇਸ ਦਾ ਮਤਲਬ ਕੀ ਸੀ? ਕਹਿੰਦੇ ਦਿਸ ਰਿਪਰੈਜ਼ੈਂਟ ਦ ਨੈਚੁਰਲ ਅਪੀਅਰੈਂਸ ਆਫ ਸੈਂਟੇਨਹੁੱਡ, ਦਿਸ ਇਜ਼ ਅ ਫਰਸਟ ਟੋਕਨ ਆਫ ਸਿੱਖ ਫੇਥ। ਕਹਿੰਦੇ ਪਹਿਲਾ ਟੋਕਨ ਸੀ ਸਿੱਖ ਫੇਥ ਦਾ, ਕੀ ਸੀ ਉਹ? ਸਾਡੇ ਕੇਸ। ਦੂਸਰਾ ਸੀ ਕੰਗਾ, ਕਿ ਇਹਨਾਂ ਕੇਸਾਂ ਨੂੰ ਕੀ ਰੱਖਣਾ ਹੈ? ਕਲੀਨ ਰੱਖਣਾ ਹੈ। ਤੀਸਰਾ ਹੈ ਕੱਛਾ, ਐਂਡ ਅੰਡਰਵੀਅਰ ਟੂ ਇੰਡੀਕੇਟਸ ਵਰਚੁਅਸ ਕਰੈਕਟਰ। ਚੌਥਾ ਸੀ ਕੜਾ, ਠੀਕ ਹੈ ਜੀ, ਕੜਾ ਜਿਹਦੇ ਤੋਂ ਕਹਿੰਦੇ ਇੱਕ ਆਇਰਨ ਬ੍ਰੇਸਲੇਟ ਸੀ ਔਨ ਦਾ ਰਿਸਟ, ਸਿੰਬਲ ਆਫ ਡੈਡੀਕੇਸ਼ਨ ਟੂ ਡਿਵਾਈਨ ਬ੍ਰਾਈਡਗਰੂਮ, ਕੜਾ ਸੀ। ਤੇ ਪੰਜਵਾਂ ਸੀ ਸਾਡਾ ਕਿਰਪਾਨ, ਕਿ ਜੋ ਸਿੱਖ ਨੇ ਉਹ ਕਿਸੇ ਤੋਂ ਡਰਦੇ ਨਹੀਂ ਹੈ, ਠੀਕ ਹੈ। ਸੋ ਕਿਰਪਾਨ ਆਪਣੀ ਪਾਵਰ, ਆਪਣੀ ਕੀ ਹੈ, ਆਪਣੀ ਇੱਕ ਤਰੀਕੇ ਦੀ ਸੇਫਟੀ ਦੇ ਲਈ ਉਹ ਧਾਰਨ ਕੀਤੀ ਗਈ ਸੀ। 5 ਕੇਸ ਤੁਸੀਂ ਯਾਦ ਰੱਖਣੇ ਨੇ, ਐਗਜ਼ਾਮ ਦੇ ਵਿੱਚ ਇਹ ਪੁੱਛੇ ਜਾਂਦੇ ਨੇ ਕਿ 5 ਕੇਸ ਕਕਾਰਾਂ ਦੇ ਨਾਮ। ਉਸ ਤੋਂ ਬਾਅਦ ਗੁਰੂ ਸਾਹਿਬਾਨ ਜੀ ਨੇ ਜੋ ਬੈਟਲਸ ਲੜੀਆਂ ਨੇ, ਕਿਹੜੀਆਂ ਕਿਹੜੀਆਂ ਬੈਟਲਸ ਨੇ, ਐਗਜ਼ਾਮ ਦੇ ਵਿੱਚ ਪੂਰੀ ਡਿਟੇਲ ਨਹੀਂ ਪੁੱਛੀ ਜਾਏਗੀ, ਤੁਹਾਡੇ ਪੜ੍ਹਨ ਦੇ ਲਈ ਪੂਰੀ ਡਿਟੇਲ ਰੱਖੀ ਗਈ ਹੈ। ਤੁਸੀਂ ਜਸਟ ਕੀ ਰੱਖਣਾ ਹੈ ਕਿ ਕਿਹੜੀ ਬੈਟਲ ਕਦੋਂ ਲੜੀ ਗਈ ਸੀ, ਜਸਟ ਇਹ ਤੁਹਾਡੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ, ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਪਹਿਲੀ ਬੈਟਲ ਦੀ ਗੱਲ ਕੀਤੀ ਜਾਵੇ, ਇਹ ਬੈਟਲਸ ਨੇ ਜੀ ਪ੍ਰੀ ਖਾਲਸਾ, ਸੌਰੀ ਪ੍ਰੀ ਖਾਲਸਾ ਪੀਰੀਅਡ ਨੇ, ਉਸ ਤੋਂ ਬਾਅਦ ਪੋਸਟ ਖਾਲਸਾ ਦੀ ਗੱਲ ਕੀਤੀ ਹੈ ਕਿ ਜਦੋਂ ਖਾਲਸਾ ਦੀ ਸਿਰਜਣਾ ਹੋਈ ਉਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਬੈਟਲਸ ਲੜੀਆਂ ਗਈਆਂ। ਪਹਿਲੀ ਬੈਟਲ ਦੀ ਗੱਲ ਕੀਤੀ ਜਾਵੇ, ਬੈਟਲ ਆਫ ਅਨੰਦਪੁਰ ਸਾਹਿਬ। ਇਹ ਪੁੱਛੀ ਜਾਂਦੀ ਹੈ ਕਿ ਅਨੰਦਪੁਰ ਸਾਹਿਬ ਦੀ ਪਹਿਲੀ ਬੈਟਲ ਕਦੋਂ ਹੋਈ ਹੈ? ਤਾਂ 1701 AD ਦੇ ਵਿੱਚ ਗੁਰੂ ਸਾਹਿਬਾਨ ਜੀ ਅਨੰਦਪੁਰ ਸਾਹਿਬ ਦੀ ਪਹਿਲੀ ਬੈਟਲ ਹੋਈ। ਕਦੋਂ ਹੋਈ ਹੈ? 1701 AD। ਕਹਿੰਦੇ ਆਫਟਰ 2 years ਆਫ ਕ੍ਰੀਏਸ਼ਨ ਆਫ ਖਾਲਸਾ, ਖਾਲਸਾ ਦੀ ਸਿਰਜਣਾ ਤੋਂ 2 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਹੈਡ ਟੂ ਡਿਕਲੇਅਰ ਵਾਰ ਅਗੇਂਸਟ ਦ ਕਿੰਗਸ ਆਫ ਹਿਲ ਸਟੇਟ। ਕਹਿੰਦੇ ਗੁਰੂ ਸਾਹਿਬਾਨ ਨੇ 2 ਸਾਲ ਬਾਅਦ, ਖਾਲਸਾ ਦੀ ਸਿਰਜਣਾ ਤੋਂ 2 ਸਾਲ ਬਾਅਦ 1701 ਦੇ ਵਿੱਚ ਗੁਰੂ ਸਾਹਿਬਾਨ ਜੀ ਨੇ ਜੋ ਪਹਾੜੀ ਰਾਜਿਆਂ ਦੇ ਅਗੇਂਸਟ ਹੈ ਜੋ ਇੱਕ ਯੁੱਧ ਡਿਕਲੇਅਰ ਕਰਤਾ ਸੀ। The main cause of the battle was that kings of hill states become the nervous by the creation of the Khalsa। ਕਹਿੰਦੇ ਉਹਦਾ ਮੇਨ ਕਾਰਨ ਕੀ ਸੀ? ਵੈਸੇ ਤਾਂ ਇਹ ਜੋ ਯੁੱਧ ਸੀ ਲਲਕਾਰਿਆ ਰਿਹਾ ਤਾਂ ਇਹਨਾਂ ਨੇ ਸੀ ਆਪਣੇ ਜੋ ਪਹਾੜੀ ਰਾਜੇ ਸਨ, ਉਹਨਾਂ ਦਾ ਮੇਨ ਕਾਰਨ ਕੀ ਸੀ? ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਣਾ ਕਰਤੀ ਸੀ ਤਾਂ ਉਸ ਤੋਂ ਬਾਅਦ ਜੋ ਆਪਣੇ ਪਹਾੜੀ ਰਾਜੇ ਸਨ ਉਹ ਕੀ ਹੋ ਗਏ ਸਨ? ਨਰਵਸ ਹੋ ਗਏ ਸਨ, ਉਹ ਡਗਮਗਾ ਗਏ ਸਨ। ਕਹਿੰਦੇ ਸੋ ਭੀਮ ਚੰਦ ਦਾ ਰੂਲਰ ਆਫ ਬਿਲਾਸਪੁਰ ਆਸਕਡ ਗੁਰੂ ਸਾਹਿਬ ਟੂ ਈਦਰ ਹੈਵ ਅਨੰਦਪੁਰ ਸਾਹਿਬ ਔਰ ਪੇ ਐਪਰੋਪਰੀਏਟ ਰੈਂਟ ਟੂ ਇਟ। ਕਹਿੰਦੇ ਉਹਨਾਂ ਨੇ ਜੋ ਭੀਮ ਚੰਦ ਸੀ ਉਸਨੇ ਗੁਰੂ ਸਾਹਿਬਾਨ ਨੂੰ ਕਿਹਾ ਜਾਂ ਤਾਂ ਸਾਨੂੰ ਅਨੰਦਪੁਰ ਸਾਹਿਬ ਦੇ ਦੇ ਜਾਂ ਸਾਨੂੰ ਐਪਰੋਪਰੀਏਟ ਕੀ ਹੈ, ਕਿਰਾਇਆ ਦਿੱਤਾ ਜਾਵੇ। ਜਿਸ ਕਰਕੇ ਇਹ ਜੋ ਆਪਣੀ ਜੰਗ ਸੀ ਜਿਹਦੇ ਵਿੱਚ ਗੁਰੂ ਸਾਹਿਬਾਨ ਜੀ ਦੇ ਨਾਲ ਉਹਨਾਂ ਦੇ ਸਾਹਿਬਜ਼ਾਦੇ ਅਜੀਤ ਸਿੰਘ ਜੋ ਕਿ ਮਾਤਰ 14 ਤੋਂ 15 ਸਾਲ ਦੇ ਸਨ, ਉਹਨਾਂ ਨੇ ਗੁਰੂ ਜੀ ਨੂੰ ਸਪੋਰਟ ਕੀਤੀ ਸੀ। ਸੋ ਪਹਿਲੀ ਇੱਕ ਤੁਸੀਂ ਇਹ ਯਾਦ ਰੱਖਣਾ, ਇਹ ਵੀ ਜਿੱਤ ਗੁਰੂ ਸਾਹਿਬਾਨ ਜੀ ਨੂੰ ਹੀ ਪ੍ਰਾਪਤ ਹੋਈ ਸੀ। ਫਸਟ ਬੈਟਲ ਅਨੰਦਪੁਰ ਸਾਹਿਬ ਕਦੋਂ ਹੋਈ ਸੀ? 1701 AD ਨੂੰ। ਨੈਕਸਟ ਬੈਟਲ ਦੀ ਗੱਲ ਕੀਤੀ ਜਾਵੇ, ਬੈਟਲ ਆਫ ਨਿਰਮੋਹ ਹੋਈ ਸੀ 1702 AD ਨੂੰ ਹੋਈ ਸੀ ਨਿਰਮੋਹ ਦੀ ਬੈਟਲ। ਇਹ ਬੈਟਲ ਹੋਈ ਸੀ ਕਹਿੰਦੇ ਭੀਮ ਚੰਦ ਆਸਕਡ ਫॉर द ਹੈਲਪ ਫॉर ਮੁਗਲ ਗਵਰਨਮੈਂਟ ਟੂ ਫਿਨਿਸ਼ देयर ਪਾਵਰ, ਗੁਰੂ ਜੀ ਡਿਫੀਟਡ ਆਰਮੀ ਐਨੀਮੀ ਐਂਡ ਫੋਰਸਡ them ਟੂ ਫਲੀ। ਕਹਿੰਦੇ ਹੁਣ ਭੀਮ ਚੰਦ 2 ਬੈਟਲਸ ਆਲਰੇਡੀ ਹਾਰ ਚੁੱਕਿਆ ਸੀ ਗੁਰੂ ਗੋਬਿੰਦ ਜੀ ਦੇ ਦੁਆਰਾ ਤੋਂ, ਜਿਸ ਕਰਕੇ ਉਸਨੇ ਮੁਗਲ ਤੋਂ ਹੈਲਪ ਮੰਗੀ ਸੀ ਗੁਰੂ ਸਾਹਿਬਾਨ ਜੀ ਦੇ ਨਾਲ ਲੜਨ ਦੇ ਲਈ, ਬਟ ਗੁਰੂ ਸਾਹਿਬਾਨ ਜੀ ਨੇ
ਇਹਨਾਂ ਸਾਰੀਆਂ ਪਾਵਰਸ ਨੂੰ ਡਿਫੀਟ ਕਰਤਾ ਸੀ। ਕਿਹੜੀ ਬੈਟਲ ਦੇ ਵਿੱਚ? ਬੈਟਲ ਆਫ ਨਿਰਮੋਹ ਜੋ 1702 ਏਡੀ ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ ਬੈਟਲ ਆਫ ਸਤਲੁਜ ਹੋਈ, ਇਹ ਵੀ 1702 ਏਡੀ ਦੇ ਵਿੱਚ ਹੋਈ ਸੀ। ਆਫਟਰ ਗੱਲ ਕੀਤੀ ਜਾਵੇ ਬੈਟਲ ਆਫ ਪਸੌਲੀ ਹੈ, ਇਹ ਵੀ 1702 ਏਡੀ ਦੇ ਵਿੱਚ ਹੋਈ ਸੀ। ਇਹ ਬੈਟਲ ਗੁਰੂ ਸਾਹਿਬਾਨ ਤੇ ਪਸੌਲੀ ਤੇ ਜਸਵਾਨ ਜੋ ਜਸਵਾਨ ਸੀ ਤੇ ਪਸੌਲੀ ਸੀ ਉਹਨਾਂ ਦੇ ਵਿਚਕਾਰ ਹੋਈ ਸੀ। ਸੋ ਬਸ ਤੁਹਾਨੂੰ ਕੀ ਹੈ, ਈਅਰਸ ਯਾਦ ਹੋਣੇ ਚਾਹੀਦੇ ਨੇ एग्जाम पॉइंट ऑफ व्यू नाल। बाकी डिटेल तुहाडे लिखी हुई है, तुसीं पढ़ना चाहो तो पढ़ सकते हो। एग्जाम पॉइंट ऑफ व्यू नाल खास इंपॉर्टेंट नहीं है। नैक्सट हुई साडी सैकेंड बैटल ऑफ अनंदपुर, वेरी वेरी इंपॉर्टेंट अकॉर्डिंग टू योर एग्जाम पॉइंट ऑफ व्यू नाल। ठीक है जी, सैकेंड बैटल हुई सी, पहला पूछा जाएगा पहली बैटल ऑफ अनंदपुर 1701 एडी दे विच, सैकेंड बैटल ऑफ अनंदपुर हुई साडी 1704 एडी दे विच हुई सी। कहंदे किंग्स ऑफ हिल स्टेट बिगन टू फील जेलस ऑन द वाचिंग द इंक्रीजिंग पावर ऑफ गुरु जी। ਕਹਿੰਦੇ ਜਿਹੜੇ ਪਹਾੜੀ ਰਾਜੇ ਸਨ ਗੁਰੂ ਸਾਹਿਬਾਨ ਜੀ ਦੀ ਵੱਧਦੀ ਪਾਵਰ ਨੂੰ ਦੇਖ ਕੇ ਕੀ ਹੈ, ਸੜਨ ਲੱਗ ਗਏ ਸੀ, ਜੈਲਸ ਹੋਣ ਲੱਗ ਗਏ ਸੀ। ਭੀਮ ਚੰਦ ਦੇਖੋ ਹਲੇ ਵੀ ਨਹੀਂ ਹਟਿਆ, ਕਹਿੰਦਾ ਭੀਮ ਚੰਦ ਐਂਡ ਅਦਰ ਕਿੰਗਸ ਆਫ ਹਿਲ ਸਟੇਟ ਆਸਕਡ ਹੈਲਪ ਫਰੋਮ ਦਾ ਮੁਗਲਸ ਗਵਰਨਮੈਂਟ ਦ ਫੌਜਾਦਾਰ ਸਰਹਿੰਦ ਵਜ਼ੀਰ ਖਾਨ। ਕਹਿੰਦੇ ਉਹਨਾਂ ਨੇ ਕੀ ਕੀਤਾ ਕਿ ਜੋ ਭੀਮ ਚੰਦ ਸੀ ਤੇ ਬਾਕੀ ਪਹਾੜੀ ਰਾਜੇ ਸਨ ਉਹਨਾਂ ਨੇ ਜਾ ਕੇ ਮੁਗਲਸ ਵਜ਼ੀਰ ਖਾਨ ਤੋਂ ਆਪਣੀ ਹੈਲਪ ਮੰਗੀ ਸੀ ਤਾਂ ਜੋ ਉਹ ਗੁਰੂ ਸਾਹਿਬਾਨ ਦੀ ਪਾਵਰ ਨੂੰ ਡਿਫੀਟ ਕਰ ਸਕਣ। ਕਹਿੰਦੇ ਵਿਦ ਹਿਜ਼ ਆਰਮੀ, ਕਹਿੰਦੇ ਵਜ਼ੀਰ ਖਾਨ ਕਿੰਗਸ ਆਫ ਹਿਲ ਸਟੇਟ ਅਟੈਕਡ ਗੁਰੂ ਜੀ ਦ ਸਿੱਖ ਫਰੋਮ ਇਨਸਾਈਡ ਫਰੋਮ ਦ ਫੋਰਟ ਫੇਲ ਦ ਐਨੀਮੀਜ਼ ਅਟੈਕ। ਕਹਿੰਦੇ ਤਾਂ ਵਜ਼ੀਰ ਖਾਨ ਨੇ ਆਰਮੀ ਲੈ ਕੇ ਭੀਮ ਚੰਦ ਤੇ ਉਹਨਾਂ ਰਾਜਿਆਂ ਨੂੰ ਨਾਲ ਲੈ ਕੇ ਗੁਰੂ ਸਾਹਿਬਾਨ ਜੀ ਦੇ ਉੱਤੇ ਹਮਲਾ ਕੀਤਾ ਤਾਂ ਜੋ ਫੋਰਟ ਦੇ ਵਿੱਚ ਜੋ ਰਹਿ ਰਹੀ ਸੀ ਗੁਰੂ ਦੀ ਆਰਮੀ ਉਹਨਾਂ ਨੇ ਇਸ ਜੋ अपना हमला किया सी उसनूं चंगे तरीके दे नाल की कीता, हराया गया वजीर खान नूं। इस तो बाद कहंदे then the enemy beside Anandpur Sahib on all side and the result that it become impossible for Sikhs to continue the battle. The Sikh wanted to leave the Anandpur Sahib but Guru Ji did not agree। कहंदे उन्हां ने उस किले Anandpur Sahib दे किले नूं इन्हां दी वजीर खान दी फोर्स ने की आले दुआले पूरा घेरा पा लिया ਤੇ ਲੰਬਾ ਸਮਾਂ ਸਿੱਖ ਫੌਜ ਤੋਂ ਇਸ ਬੈਟਲ ਨੂੰ ਲੜਨਾ ਔਖਾ ਹੋ ਰਿਹਾ ਸੀ ਤਾਂ ਉਹਨਾਂ ਨੇ ਇਸ ਕਿਲੇ ਦੇ ਵਿੱਚੋਂ ਭੱਜਣ ਦਾ ਮਨ ਬਣਾਇਆ ਬਟ ਉੱਥੇ ਵੀ ਗੁਰੂ ਜੀ ਨੇ ਭੱਜਣ ਤੋਂ ਕੀ ਕਰਤਾ ਸੀ, ਮਨਾ ਕਰਤਾ ਸੀ। ਸੋ 40 ਸਿੱਖ ਰੋਟ ਬੇਦਾਵਾ ਡਿਸਕਲੇਮਰ ਐਂਡ ਲੈਫਟ ਦ ਕੰਪਨੀ ਆਫ ਗੁਰੂ ਜੀ। ਕਹਿੰਦੇ ਹੁੰਦਾ ਕੀ ਹੈ ਫਿਰ ਜਦੋਂ ਸਿੱਖ ਕੌਮ ਦੇ ਲਈ ਉੱਥੇ ਰਾਸ਼ਨ ਪਾਣੀ ਬੰਦ ਹੋ ਜਾਂਦਾ ਹੈ ਤਾਂ ਲੋਕ ਸਿੱਖ ਕੀ ਹੈ ਜਵਾਬ ਦਿੰਦੇ ਨੇ ਤਾਂ ਉੱਥੇ 40 ਸਿੱਖ ਐਵੇਂ ਦੇ ਸੀ ਜੋ ਬਦਾਵਾ ਲਿਖ ਕੇ ਕਿ ਸਿੱਖ ਗੁਰੂ ਸਾਹਿਬਾਨ ਨੂੰ ਛੱਡ ਕੇ ਉੱਥੋਂ ਚਲੇ ਗਏ ਸਨ। ਇਹ ਉਹੀ 40 ਮੁਕਤੇ ਨੇ ਜਿਨ੍ਹਾਂ ਨੇ ਖਿਦਰਾਣੇ ਦੀ ਲੜਾਈ ਦੇ ਵਿੱਚ ਗੁਰੂ ਸਾਹਿਬਾਨ ਜੀ ਦਾ ਸਾਥ ਦਿੱਤਾ ਸੀ ਤੇ ਉੱਥੇ ਕੀ ਕੀਤਾ ਸੀ ਖਿਦਰਾਣੇ ਦੇ ਜਦੋਂ ਉਹਨਾਂ ਨੇ ਸਾਥ ਦਿੱਤਾ ਗੁਰੂ ਸਾਹਿਬਾਨ ਜੀ ਦਾ ਤਾਂ ਉਹ 40 ਮੁਕਤੇ ਸੀ ਉਹ ਕੀ ਹੋਏ ਸੀ, ਸ਼ਹੀਦ ਹੋਏ ਸਨ। ਇਹ ਦੁਬਾਰਾ ਗੁਰੂ ਜੀ ਦੇ ਨਾਲ ਆ ਕੇ ਮਿਲੇ ਸਨ ਤੇ ਗੁਰੂ ਜੀ ਨੇ ਇਹਨਾਂ ਨੂੰ ਕੀ ਕਰਤਾ ਸੀ, ਮਾਫ ਕਰਤਾ ਸੀ। ਨੈਕਸਟ ਹੈ ਜੀ ਸਾਡੀ ਬੈਟਲ ਆਫ ਸ਼ਾਹ ਟਿੱਬੀ। ਠੀਕ ਹੈ, ਇਹ ਵੀ ਗੁਰੂ ਸਾਹਿਬਾਨ ਜੀ ਦੇ ਦੁਆਰਾ ਲੜੀ ਗਈ ਸ਼ਾਹ ਟਿੱਬੀ ਬੈਟਲ ਸੀ। ਨੈਕਸਟ ਹੈ ਬੈਟਲ ਆਫ ਸਿਰਸਾ, ਇਹ ਵੀ ਗੁਰੂ ਸਾਹਿਬਾਨ ਜੀ ਦੇ ਦੁਆਰਾ ਲੜੀ ਗਈ ਸੀ। ਇਹ ਸਿੱਖ ਭਾਈ ਜੀਵਨ ਸਿੰਘ ਨੇ ਇਸ ਨੂੰ ਕੀ ਕੀਤਾ ਸੀ, ਲੀਡ ਕੀਤਾ ਸੀ। ਕਿਹੜੀ? ਬੈਟਲ ਆਫ ਸਿਰਸਾ। ਨੈਕਸਟ ਗੱਲ ਕਰੀਏ ਤਾਂ ਬੈਟਲ ਆਫ ਚਮਕੌਰ ਸਾਹਿਬ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇਹ 1705 ਏਡੀ ਦੇ ਵਿੱਚ ਹੋਈ ਸੀ। ਇਸ ਦੇ ਵਿੱਚ ਗੁਰੂ ਸਾਹਿਬਾਨ ਜੀ ਦੇ ਜੋ ਵੱਡੇ ਦੋ ਸਾਹਿਬਜ਼ਾਦੇ ਸਨ ਸਾਹਿਬਜ਼ਾਦਾ ਅਜੀਤ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਕੀ ਹੋ ਗਏ ਸਨ, ਸ਼ਹੀਦ ਹੋ ਗਏ ਸਨ। ਚਮਕੌਰ ਦੀ ਗੜੀ ਜਾਂ ਫਿਰ ਕੱਚੀ ਗੜੀ ਦੇ ਵਿੱਚ ਜੰਗ ਲੜਦੇ ਹੋਏ ਗੁਰੂ ਸਾਹਿਬਾਨ ਜੀ ਦੇ ਜੋ ਵੱਡੇ ਸਾਹਿਬਜ਼ਾਦੇ ਸਨ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਕੀ ਹੋ ਗਏ ਸਨ, ਸ਼ਹੀਦ ਹੋ ਗਏ ਸਨ। ਕਿਹੜੀ ਬੈਟਲ ਦੇ ਵਿੱਚ? ਬੈਟਲ ਆਫ ਚਮਕੌਰ ਸਾਹਿਬ। ਫਿਰ ਬੈਟਲ ਆਫ ਖਿਦਰਾਣੇ ਦੀ ਇਹ ਵੀ ਪੁੱਛੀ ਜਾਂਦੀ ਹੈ ਕਦੋਂ ਹੋਈ ਸੀ, ਵੀ 1705 ਏਡੀ ਦੇ ਵਿੱਚ ਹੋਈ ਸੀ। ਖਿਦਰਾਣੇ ਦੀ ਲੜਾਈ, ਮੁਕਤਸਰ ਸਾਹਿਬ ਦੀ ਲੜਾਈ, ਜਿੱਥੇ ਗੁਰੂ ਸਾਹਿਬਾਨ ਜੀ ਨੂੰ ਜਿਹੜੇ 40 ਮੁਕਤੇ ਛੱਡ ਕੇ ਗਏ ਸਨ ਉਹ ਗੁਰੂ ਸਾਹਿਬਾਨ ਜੀ ਕੋਲ ਵਾਪਸ ਮਾਫੀ ਮੰਗੀ ਤੇ ਇਸ ਲੜਾਈ ਦੇ ਵਿੱਚ, ਇਸ ਜੰਗ ਦੇ ਵਿੱਚ ਗੁਰੂ ਸਾਹਿਬਾਨ ਜੀ ਦਾ ਕੀ ਦਿੱਤਾ, ਸਾਥ ਦਿੱਤਾ ਤੇ ਗੁਰੂ ਸਾਹਿਬਾਨ ਜੀ ਦੇ 40 ਮੁਕਤੇ ਸੀ ਜੋ ਸ਼ਹੀਦ ਹੋਏ ਸਨ ਖਿਦਰਾਣੇ ਦੀ ਲੜਾਈ ਦੇ ਵਿੱਚ। ਤੇ ਉਹਨਾਂ 40 ਮੁਕਤਿਆਂ ਨੇ ਵਜ਼ੀਰ ਖਾਨ ਦੀ ਲੱਖਾਂ ਦੀ ਫੋਰਸ ਦੇ ਨਾਲ ਪੂਰਾ ਕੀ ਕੀਤਾ ਸੀ, ਮੁਕਾਬਲਾ ਕੀਤਾ ਸੀ। 40 ਮੁਕਤੇ ਸ਼ਹੀਦ ਹੋਏ ਸਨ। ਇਸ ਖਿਦਰਾਣੇ ਦਾ ਨਾਮ 40 ਮੁਕਤਿਆਂ ਤੋਂ ਨਾਮ ਪਿਆ ਸੀ ਮੁਕਤਸਰ ਸਾਹਿਬ। ਠੀਕ ਹੈ ਜੀ, ਕਿਹੜਾ ਨਾਮ ਪਿਆ ਸੀ? ਮੁਕਤਸਰ ਸਾਹਿਬ ਨਾਮ ਪਿਆ ਸੀ।
ਹੁਣ ਆਪਾਂ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ ਸਾਰੀਆਂ ਬੈਟਲਸ ਨੂੰ, ਬਸ ਤੁਸੀਂ ਈਅਰਸ ਯਾਦ ਰੱਖਣੇ ਨੇ, ਐਗਜ਼ਾਮ ਪੁਆਇੰਟ ਆਫ ਵਿਊ ਨਾਲ ਈਅਰਸ ਇੰਪੋਰਟੈਂਟ ਨੇ। ਫਸਟ ਬੈਟਲ ਆਫ ਅਨੰਦਪੁਰ 1701 ਏਡੀ ਦੇ ਵਿੱਚ ਹੋਈ ਸੀ। ਸੈਕਿੰਡ ਬੈਟਲ 4 ਏਡੀ ਦੇ ਵਿੱਚ ਹੋਈ ਸੀ। ਬੈਟਲ ਆਫ ਨਿਰਮੋਹ 1702 ਏਡੀ ਦੇ ਵਿੱਚ ਹੋਈ। ਬੈਟਲ ਆਫ ਸਤਲੁਜ 1702 ਏਡੀ ਦੇ ਵਿੱਚ ਹੋਈ। ਬੈਟਲ ਆਫ ਬਸੌਲੀ 1702 ਏਡੀ ਦੇ ਵਿੱਚ ਹੋਈ। ਤੇ ਸੈਕਿੰਡ ਬੈਟਲ ਇਹੀ ਹੈ 1704 ਏਡੀ ਦੇ ਵਿੱਚ ਹੋਈ। ਬੈਟਲ ਆਫ ਚਮਕੌਰ ਸਾਹਿਬ 1704 ਏਡੀ ਦੇ ਵਿੱਚ ਹੋਈ। ਬੈਟਲ ਆਫ ਮੁਕਤਸਰ ਸਾਹਿਬ 1705 ਏਡੀ ਦੇ ਵਿੱਚ ਹੋਈ ਸੀ। ਸੋ ਗੁਰੂ ਕੀ ਕਾਸ਼ੀ ਦੀ ਗੱਲ ਕੀਤੀ ਜਾਵੇ, ਸੋ ਆਪਾਂ ਗੱਲ ਕਰੀਏ, ਕਹਿੰਦੇ ਗੁਰੂ ਕੀ ਕਾਸ਼ੀ, ਕਹਿੰਦੇ ਬਿਫੋਰ ਲਿਵਿੰਗ ਵਿਜ਼ਿਟ ਟੂ ਸਿੱਖ ਸੰਗਤ ਇਨ ਡੈਕਨ, ਗੁਰੂ ਜੀ ਬਲੈਸਡ ਤਲਵੰਡੀ ਸਾਬੋ ਐਸ ਗੁਰੂ ਕੀ ਕਾਸ਼ੀ ਵਿਚ ਇਜ਼ ਨਾउ ਨੋਨ ਐਜ਼ ਅ ਬੈਟਰ ਐਜ਼ ਅ ਦਮਦਮਾ ਸਾਹਿਬ। तो एग्जाम पॉइंट ऑफ व्यू नाल की इंपॉर्टेंट है कि दमदमा साहिब का दूसरा नाम की है, दमदमा साहिब का दूसरा नाम है जी गुरु की काशी। तो एग्जाम पॉइंट ऑफ व्यू नाल चीज याद रखनी है कि दमदमा साहिब की है, दमदमा साहिब का दूसरा नाम की है, दमदमा साहिब का दूसरा नाम है गुरु की काशी। ठीक है जी। तो इत्थे विजिट किया सी गुरु गोबिंद सिंह जी ने। दसम ग्रंथ की गल की जाए तो जो सिख गुरु साहबान जी ने शहीद होने तो पहला की कहा सी कि सिखां दे नैक्सट गुरु की होणगे, जो दसम ग्रंथ है जो गुरुद्वारे साहिब दे विच गुरु ग्रंथ साहिब जी की स्थापना की गई है, इस दसम ग्रंथ नूं गुरु सिखां दे 11वें गुरु डिकलेयर किया गया सी गुरु गोबिंद सिंह जी के द्वारा। तो गुरु गोबिंद सिंह जी ने की जफरनामा लिखिया सी, किस नूं लिखिया, किस लैंगुएज दे विच, यह राइटिंग है गुरु गोबिंद सिंह जी की जो एग्जाम दे विच बहुत बार पूछी जाती है। केड़ी राइटिंग है? जफरनामा राइटिंग है गुरु जी की। किस दे विच लिखी सी, किस लैंगुएज दे विच लिखी सी? ये पर्शियन लैंगुएज दे विच लिखी गई सी। ठीक है, किसनू लिखिया सी? एग्जाम दे विच ये भी पूछा जाता है कि जफरनामा है वो किसनू लिखिया सी, तो आंसर होएगा कि औरंगजेब नू लिखिया सी। ठीक है, किन्ना नू लिखिया सी जफरनामा? औरंगजेब नू जफरनामा लिखिया गया सी। ते केड़ी लैंगुएज दे विच लिखिया सी? पर्शियन लैंगुएज दे विच लिखिया सी। जदों गुरु साहबान जी दे छोटे साहबजादियां नू भी की करता सी, शहीद कर दिता गया सी। नैक्सट है जी साडी बैटल ऑफ जजुआ। ये भी एग्जाम पॉइंट ऑफ व्यू नाल खास इंपॉर्टेंट नहीं, बस तुसीं ये याद रखना है लास्ट बैटल सी अपने गुरु गोबिंद सिंह जी की, जो कदों हुई सी 1707 ਏਡੀ ਦੇ ਵਿੱਚ ਹੋਈ ਸੀ। सो ये डिटेल है गुरु गोबिंद सिंह जी के रिगार्डिंग जो तुहाडे एग्जाम पॉइंट ऑफ व्यू नाल इंपॉर्टेंट होएगी। सो तुसीं एक बार इसनूं चैकआउट कर लेना है। ठीक है जी। सो इस दे नाल ही साडा अज दा लैक्चर हुंदा है कंप्लीट। सो थैंक यू सो मच। जो एग्जाम पॉइंट ऑफ व्यू नाल इंपॉर्टेंट है वो मैं सारा डिटेल दे विच करवाया है, बाकी तुहाडे लई डिटेल तुसीं एक बार इसनूं रीड डाउन कर लेना है। सो थैंक यू सो मच।